ਸਵਾਗਤ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਪ੍ਰਾਈਮ ਹੈਲਥ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇਸ ਕਰਕੇ ਗੱਲਾਂ ਬਾਤਾਂ ਕਰਨ ਲਈ ਹਾਜ਼ਰ ਹੋਇਆ ਕਿਉਂਕਿ ਆਪਾਂ ਇੱਧਰੋਂ ਉੱਧਰੋਂ ਕਈ ਤਰ੍ਹਾਂ ਦੀਆਂ ਗੱਲਾਂ ਸੁਣ ਕੇ, ਕੋਈ ਖਬਰਾਂ ਸੁਣ ਕੇ ਨੈਗੇਟਿਵਿਟੀ ਇਕੱਠੀ ਕਰੀ ਫਿਰਦੇ ਰਹਿੰਦੇ ਹਾਂ ਜਾਂ ਹੋਰ ਨਾ ਫਿਕਰਾਂ 'ਚ ਗੁਆਚੇ ਰਹਿੰਦੇ ਹਾਂ, ਅਤੇ ਜਿਹੜੀ ਚੀਜ਼ ਦਾ ਫਿਕਰ ਕਰਨਾ ਬਣਦਾ ਹੁੰਦਾ ਉਹਦੀ ਸਿਹਤ ਉਹ ਆਪਾਂ ਗਵਾ ਲੈਂਦੇ ਹਾਂ। ਇਸ ਕਰਕੇ ਇਸ ਖਾਸ ਪ੍ਰੋਗਰਾਮ 'ਚ ਆਪਾਂ ਡਾਕਟਰ ਸਾਹਿਬ ਨਾਲ ਗੱਲਾਂ ਬਾਤਾਂ ਕਰਾਂਗੇ ਜਿਹੜਾ ਕਿ ਆਪਣੀ ਸਿਹਤ ਨਾਲ ਸੰਬੰਧਿਤ ਹੈ। ਇਸੇ ਕਰਕੇ ਪ੍ਰੋਗਰਾਮ 'ਚ ਆਪਣੇ ਨਾਲ ਡਾਕਟਰ ਰਿਦਮਨ ਸਿੰਘ ਮਾਲ ਹੋਰੀ ਨੇ। ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। बहुत मेहरबानी, शुक्रिया। मेरे वालों सारे ही दर्शकों को बहुत प्यार ते सत्कार भेंट है जी। ਡਾਕਟਰ ਸਾਹਿਬ, ਇਸ ਵਕਤ ਜਦੋਂ ਆਪਾਂ ਦੁਨੀਆ ਭਰ ਨੂੰ ਦੇਖਦੇ ਹਾਂ ਤਾਂ ਇੱਕੋ ਹੀ ਚੀਜ਼ ਹਰ ਪਾਸੇ ਹੋਈ ਜਾਂਦੀ ਆ, ਕਰੋਨਾ 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 ਕਰੋਨਾ। ਗੱਲ ਇਹ ਆ ਵੀ ਇੱਕ ਰਾਂ ਆ ਗਿਆ ਸੀ, ਫਿਰ ਕਹਿੰਦੇ ਚਲੇ ਗਿਆ, ਹੁਣ ਕਹਿੰਦੇ ਫੇਰ ਆ ਗਿਆ। ਇਹ ਸਮਝੋ ਪਰੇ ਹੋਈ ਪਈ ਹੈ ਗੱਲ। ਤੁਸੀਂ ਇਹਨੂੰ ਕਿਵੇਂ ਦੇਖਦੇ ਆ? एक्चुअली ये जिहड़ा करोना वायरस है ये सब तो भयानक ते विकराल स्थिति दे विच साडे कोल तकरीबन 100 साल पहला आया सीगा। अच्छा जी। उस वेले सारी दुनिया दे विच तकरीबन 4 तो 5 करोड़ जाना ले गया साडे कोल जी। 2 सीरीज साडे कोल नज़ले जुकाम दियां आईयां ने ਜਿਹੜੀਆਂ ਕਿ ਹਾਈਲੀ ਇਨਫੈਕਸ਼ੀਅਸ ਵਾਇਰਲ ਡਿਜ਼ੀਜ਼ਸ ਸੀ। ਇੱਕ ਕਰੋਨਾ ਤੇ ਇੱਕ HN ਥਿਊਰੀ। ਜਿਹੜੀ HN ਸੀਰੀਜ਼ ਸੀਗੀ ਇਹਦੀ ਪਹਿਲੀ ਤੇ ਵਿਕਰਾਲ ਉਸ ਵੇਲੇ ਦਿਸ਼ਾ ਤੇ ਦਸ਼ਾ ਸਾਡੇ ਕੋਲ ਸਾਹਮਣੇ ਆਈ ਜਿਹੜੀ ਕਿ 1918 ਤੋਂ ਲੈ ਕੇ 1920-21 ਤੱਕ ਸਾਡੇ ਕੋਲ ਰਹੀ। ਉਸ ਤੋਂ ਬਾਅਦ ਰੀਸੈਂਟ ਪਾਸਟ ਦੀ ਗੱਲ ਕਰੀਏ ਤੇ ਸਾਰਸ ਆਇਆ, ਮੈਰਸ ਆਇਆ ਜਿਹੜਾ ਕਿ ਹਾਈਲੀ ਇਨਫੈਕਸ਼ੀਅਸ ਸੀ। ਔਰ ਇਹ ਸਾਰੀਆਂ ਵਾਇਰਲ ਡਿਜ਼ੀਜ਼ਸ ਨੂੰ ਅਸੀਂ ਬੈਡ ਕੋਲਡ ਹੀ ਕਿਹਾ ਹੈ ਜੀ। ਇਹ ਜ਼ੁਕਾਮ ਦੇ ਨਾਲ ਹੀ ਆ, ਨਜ਼ਲੇ ਦੇ ਨਾਲ ਹੀ ਆ, ਸਾਡੇ ਕੋਲ ਲੰਗਸ ਦੇ ਵਿੱਚ ਹੀ ਇਨਫੈਕਟ ਕਰਦੀਆਂ ਨੇ। ਪਰ ਇਹਨਾਂ ਦਾ ਵੱਖ-ਵੱਖ ਸਮੇਂ ਦੇ ਉੱਤੇ ਸੀਰੀਅਸ ਹੋਣਾ, ਹਾਈਲੀ ਇਨਫੈਕਸ਼ੀਅਸ ਹੋਣਾ, ਇਹ ਹਮੇਸ਼ਾ ਸਾਨੂੰ ਬਹੁਤ ਹੀ ਪਰੇਸ਼ਾਨ ਕਰਦਾ ਰਿਹਾ ਆ। ਔਰ ਸਾਇੰਟਿਸਟ ਨੇ ਪਿਛਲੇ 100 ਸਾਲਾਂ ਦੇ ਦਰਮਿਆਨ ਸਾਨੂੰ ਕੋਈ ਇਹਦੇ ਸੋਲੂਸ਼ਨਸ ਨਹੀਂ ਦਿੱਤੇ ਜਿਹੜੇ ਕਿ ਬਹੁਤ ਜ਼ਰੂਰੀ ਸੀ। ਚੰਦਰਮਾ ਤੇ ਚਲੇ ਗਏ, ਮਾਰਸ ਤੇ ਚਲੇ ਗਏ, ਪਰ ਇਹੋ ਜਿਹੀਆਂ ਭਿਆਨਕ ਬਿਮਾਰੀਆਂ ਦੇ ਨਾਲ ਨਿਪਟਣ ਦੇ ਲਈ ਸਾਡੇ ਕੋਲ ਕੁਝ ਅੱਜ ਦੀ ਡੇਟ 'ਚ ਵੀ ਸਾਡੇ ਕੋਲ ਸਬਸਟੈਂਸ਼ੀਅਲ ਨਹੀਂ ਹੈਗਾ। ਸੋ ਅਸੀਂ ਫਿਰ ਇਸ ਕਰਕੇ ਕਹਿੰਦੇ ਆ ਕਿ ਬਚਾਓ ਜੀ ਬਚਾਓ ਆ। ਪਰਹੇਜ਼ ਹੀ ਸਭ ਕੁਝ ਹੈ। ਕੁਝ ਅਸੀਂ ਆਪਣੇ ਨਿਜਤਾ ਦੇ ਨਾਲ ਕਰਨਾ ਹੈ, ਕੁਝ ਸਮਾਜਿਕ ਤੌਰ ਤੇ ਕਰਨਾ ਹੈ, ਕੁਝ ਸਰਕਾਰਾਂ ਨੇ ਕਰਨਾ ਹੈ ਜੀ। ਜੇ ਮੈਂ ਤੁਹਾਨੂੰ ਅੱਜ ਤੋਂ 5000 ਸਾਲ ਪਿੱਛੇ ਲੈ ਜਾਵਾਂ ਤੇ ਇਹ ਸਾਰੀਆਂ ਚੀਜ਼ਾਂ ਸਾਡੇ ਸੱਭਿਆਚਾਰ ਦੇ ਵਿੱਚ ਵਾਪਰਦੀਆਂ ਰਹੀਆਂ ਆ ਔਰ ਕਿਸ ਤਰੀਕੇ ਦੇ ਨਾਲ ਅਸੀਂ ਇਹਦੇ ਪ੍ਰੀਵੈਂਟਿਵ, ਕਿਊਰੇਟਿਵ ਤੇ ਰੀਹੈਬਿਲਿਟੇਟਿਵ ਮੇਜਰਸ ਨੇ ਜਿਹੜੇ ਅਪਣਾਉਂਦੇ ਰਹੇ। ਪ੍ਰੀਵੈਂਟਿਵ ਦਾ ਮਤਲਬ ਇਹ ਹੈ ਕਿ ਬਿਮਾਰੀ ਹੋਏ ਹੀ ਨਾ। ਕਿਊਰੇਟਿਵ ਦਾ ਮਤਲਬ ਹੈ ਕਿ ਸਾਡੇ ਖਾਣ ਪਾਣ ਦੇ ਵਿੱਚੋਂ ਕਿਹੜੀਆਂ ਚੀਜ਼ਾਂ ਸੀ ਜਿਨ੍ਹਾਂ ਦੇ ਨਾਲ ਅਸੀਂ ਸਰੀਰ ਦੀ ਹਰਾਰਤ ਔਰ ਇੱਕ ਖਾਸ ਕਿਸਮ ਦੇ ਜਿਹੜੇ ਵਿਸ਼ਾਣੂ ਸੀ, ਕਿਉਂਕਿ ਇਹ ਵਿਸ਼ਾਣੂ ਆ, ਇਹ ਰੋਗਾਣੂ ਨਹੀਂ ਹੈ। ਰੋਗਾਣੂ ਦਾ ਪ੍ਰਬੰਧ ਸਾਇੰਸ ਨੇ ਕੀਤਾ ਹੈ ਲੇਕਿਨ ਵਿਸ਼ਾਣੂ ਦਾ ਨਹੀਂ ਕੀਤਾ। ਸੋ ਇਸ ਕਰਕੇ ਇਸ ਵਿਸ਼ਾਣੂ ਤੋਂ ਬਚਣ ਵਾਸਤੇ ਪੁਰਾਤਨ ਜੇ ਗੱਲ ਕਰੀਏ ਤੇ ਉਸ ਵੇਲੇ ਹੁੰਦਾ ਸੀ ਸੱਚੇ ਤੇ ਝੂਠੇ ਦਾ। ਇਹ ਸੁੱਚਾ ਆ, ਇਹ ਝੂਠਾ ਆ। ਇਹਦਾ ਬੜਾ ਸਾਡੇ ਸਮਾਜ ਦੇ ਵਿੱਚ ਪ੍ਰਚਲਿਤ ਸੀਗਾ ਤੇ ਝੂਠਾ ਕਿਸੇ ਦਾ ਹੱਥ ਲਾਇਆ, ਕਿਸੇ ਦਾ ਟੱਚ ਕੀਤਾ ਅਸੀਂ ਨਹੀਂ ਵਰਤਣਾ। ਅੱਜ ਅਸੀਂ ਉਹ ਪ੍ਰੈਕਟਿਸ ਫਿਰ ਦੁਬਾਰਾ ਸ਼ੁਰੂ ਕੀਤੀਆਂ ਕਿਉਂਕਿ ਅਸੀਂ ਭੁਲਾ ਲਈਆਂ ਸੀ, ਵਿਸਾਰ ਦਿੱਤੀਆਂ ਸੀ ਜੀ। ਉਸ ਤੋਂ ਬਾਅਦ ਛੂਆ-ਛਾਤ ਜਿਹਨੂੰ ਜਾਤ, ਬਰਾਦਰੀ, ਵਰਨ, ਵਰਗ ਦੇ ਨਾਲ ਜੋੜ ਕੇ ਰੱਖ ਦਿੱਤਾ। ਐਕਚੁਅਲੀ ਇਹ ਛੂਤ ਦੀ ਬਿਮਾਰੀ ਹਾਈਲੀ ਇਨਫੈਕਸ਼ੀਅਸ ਵਾਇਰਸ ਹੈ ਜਿਹੜਾ ਇਸ ਵੇਲੇ ਸਾਡੇ ਕੋਲ ਕੋਵਿਡ ਚੱਲ ਰਿਹਾ ਹੈਗਾ ਕਿ ਕਿਸ ਤਰ੍ਹਾਂ ਅਸੀਂ ਇੱਕ ਦੂਸਰੇ ਦੀ ਟੱਚੇਬਿਲਿਟੀ, ਡਿਸਟੈਂਸ ਮੇਨਟੇਨ ਕਰਨਾ, ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਾਉਣਾ, ਬਾਰ-ਬਾਰ ਸਾਬਣ ਦੇ ਨਾਲ ਧੋਵੋ, ਬਾਰ-ਬਾਰ ਅਸੀਂ ਬਹੁਤ ਸਾਰੇ ਕੈਮੀਕਲ ਯੂਜ਼ ਕਰਦੇ ਹਾਂ, ਅਲਕੋਹਲ ਬੇਸਡ ਨੇ ਜਿਹੜੇ,
ਤਾਂ ਕਿ ਅਸੀਂ ਬਚੇ ਰਹੀਏ। ਸੋ ਇਹ ਛੂਤ ਦੀ ਬਿਮਾਰੀ ਸੀ ਜਿਹੜੀ, ਇਹ ਸਾਡੇ ਸਮਾਜਿਕ ਵਿਚਰਦਿਆਂ ਹੋਇਆ ਸਮਾਜ ਦੇ ਵਿੱਚ ਅਸੀਂ ਇਹਦਾ ਬੜਾ ਹੀ ਖਿਆਲ ਰੱਖਦੇ ਹੁੰਦੇ ਸੀ, ਪਰ ਅਸੀਂ ਭੁਲਾ ਬੈਠੇ, ਅਸੀਂ ਵਿਸਾਰ ਲਿਆ। ਅੱਜ ਅਸੀਂ ਦੁਬਾਰਾ ਚੇਤੇ ਕਰ ਰਹੇ ਹਾਂ ਜੀ। ਉਸ ਤੋਂ ਬਾਅਦ ਇਸ਼ਨਾਨ ਕਰਨਾ ਸੁੱਚਤਾ ਦਾ ਪ੍ਰਤੀਕ ਸੀਗਾ। 5 ਇਸ਼ਨਾਨਾਂ ਕਰਨੀਆਂ। ਜਦੋਂ ਵੀ ਅਸੀਂ ਖਾਣਾ ਖਾਣਾ ਜਾਂ ਅਸੀਂ ਟੱਚ ਕਰਨਾ ਹੈ ਮੂੰਹ ਨੂੰ, ਉਸ ਵੇਲੇ ਹੱਥ ਸੁੱਚੇ ਕਰਨੇ, ਹੱਥ ਸੱਚੇ ਕਰਨੇ ਜੀ। ਇੱਥੋਂ ਹੀ ਨਹੀਂ, ਅਸੀਂ ਇੱਕ ਦੂਸਰੇ ਨੂੰ ਗ੍ਰੀਟ ਕਰਨਾ ਹੁੰਦਾ ਸੀ ਤੇ ਦੂਰੋਂ ਫਤਿਹ ਬੁਲਾ ਦਈਦੀ ਸੀ, ਨਮਸਕਾਰ ਕਰਦੀ ਸੀ। ਹੱਗ ਕਰਨਾ ਜਾਂ ਸ਼ੇਕ ਹੈਂਡ ਕਰਨਾ ਸਾਡੇ ਸਮਾਜ ਦੇ ਵਿੱਚ ਨਹੀਂ ਸੀ, ਜਿਨ੍ਹਾਂ ਦੀ ਅਹਿਮੀਅਤ ਸਾਨੂੰ ਅੱਜ ਪਤਾ ਲੱਗ ਗਈ ਹੈ ਦੁਬਾਰਾ ਜੀ। ਟੂਣੇ ਟਪਕੇ ਵੀ ਹੁੰਦੇ ਸੀਗੇ, ਅਸੀਂ ਤੇ ਟੂਣੇ ਟਪਕੇ ਸਮਝਦੇ ਰਹੇ ਹਾਂ। ਜਦੋਂ ਕਿਤੇ ਬੱਚਾ ਪੈਦਾ ਹੁੰਦਾ ਸੀ, ਉਸ ਵੇਲੇ ਬੂਹੇ ਗੇਟ ਦਰਵਾਜ਼ੇ ਨਹੀਂ ਸਨ ਹੁੰਦੇ, ਜਾਂ ਤਾਂ ਰੇਜਾ ਟੰਗਿਆ ਹੁੰਦਾ ਸੀ ਜਾਂ ਕੋਈ ਹੋਰ ਓਹਲਾ ਕੀਤਾ ਹੁੰਦਾ ਸੀ, ਤੇ ਬੂਹੇ ਦੇ ਉੱਤੇ ਜਦੋਂ ਬੱਚਾ ਪੈਦਾ ਹੁੰਦਾ ਸੀ ਤੇ ਇੱਕ ਹਾਰ ਬੱਧਾ ਹੁੰਦਾ ਸੀ, ਜਿਹਦੇ ਵਿੱਚ ਸ਼ਨੀ ਦੇ ਪੱਤੇ, ਜਿਹਦੇ ਚ ਨਿੰਬੂ, ਜਿਹਦੇ ਚ ਮਿਰਚਾਂ ਬੱਧੀਆਂ ਹੁੰਦੀਆਂ ਸੀ ਜੀ ਜੀ। ਸਾਨੂੰ ਅੱਜ ਸਮਝ ਲੱਗੀ ਆ ਕਿ ਉਹ ਹਾਈਲੀ ਸਾਇੰਟੀਫਿਕ ਸੀ, ਉਹ ਕੋਈ ਟੂਣਾ ਟਪਕਾ ਨਹੀਂ ਸੀ। ਉਸ ਤੋਂ ਬਾਅਦ ਨਵਜੰਮਾ ਬੱਚਾ ਤੇ ਮਾਂ ਦੇ ਮੋਢੇ ਤੇ ਤਵੀਤ ਬੰਨ੍ਹ ਦਿੱਤਾ ਜਾਂਦਾ ਸੀ। ਉਸ ਤਵੀਤ ਦੇ ਵਿੱਚ ਹੁੰਦਾ ਕੀ ਸੀ? ਹਿੰਗ ਤੇ ਰਾਈ। ਅੱਜ ਸਾਨੂੰ ਪਤਾ ਲੱਗਦਾ ਹੈ ਕਿ ਹਿੰਗ ਤੇ ਰਾਈ ਜਿਹੜੀ ਆ, ਉਸ ਜ਼ਮਾਨੇ ਦੇ ਵਿੱਚ ਇਹੋ ਜਿਹੀ ਚੀਜ਼, ਇਹੋ ਜਿਹੀ ਵਸਤੂ ਆ ਜਿਹਦੇ ਤੋਂ ਕੱਲਾ ਬੈਕਟੀਰੀਆ ਨਹੀਂ, ਵਾਇਰਸ ਵੀ ਦੌੜਦਾ ਸੀ ਜੀ। ਸੋ ਭੂਤ ਪ੍ਰੇਤਾਂ ਨੂੰ ਰੋਕਣ ਵਾਸਤੇ ਇਹ ਚੀਜ਼ਾਂ ਬੂਹੇ ਦੇ ਉੱਤੇ, ਮੋਢੇ ਦੇ ਉੱਤੇ ਬੰਨੀਆਂ ਜਾਂਦੀਆਂ ਸੀ। ਉਹ ਭੂਤ ਪ੍ਰੇਤ ਕੋਈ ਪੁੱਠੇ ਪੈਰਾਂ ਵਾਲੇ, ਲੰਬੇ ਦੰਦਾਂ ਵਾਲੇ, ਵਾਲ ਖਿਲਰਿਆਂ ਵਾਲੇ ਨਹੀਂ ਹੁੰਦੇ ਸੀ। ਉਹ ਵਾਇਰਸ ਸੀ, ਉਹ ਬੈਕਟੀਰੀਆ ਸੀ, ਉਹ ਇਨਫੈਕਸ਼ਨ ਸੀ ਜਿਹੜੀ ਕਿ ਆ ਕੇ ਚੰਬੜ ਜਾਂਦੀ ਸੀ, ਬਿਮਾਰ ਕਰ ਦਿੰਦੀ ਸੀ। ਅੱਜ ਵੀ ਜਿਹਨੂੰ ਕਿਸੇ ਨੂੰ ਬੁਖਾਰ ਹੋ ਰਿਹਾ, ਜ਼ੁਕਾਮ ਹੋ ਰਿਹਾ, ਕੁਝ ਹੁੰਦਾ, ਉਹ ਤੇ ਕਹਿੰਦਾ ਮੈਨੂੰ ਕੁਝ ਚੰਬੜ ਗਿਆ, ਮੇਰੇ ਨਾਲ ਉਹ ਲੱਥਦਾ ਹੀ ਨਹੀਂ ਜੀ ਜੀ। ਸੋ ਇਸ ਕਰਕੇ ਡਾਕਟਰ ਸਾਹਿਬ, ਮੈਂ ਬੇਨਤੀ ਕਰਾਂ, ਆਪਣੀ ਗੱਲ ਅੱਗੇ ਨਾ ਚਲੇ ਜਾ, ਤੁਸੀਂ ਬੜੀਆਂ ਵਧੀਆ ਗੱਲਾਂ ਕਰ ਰਹੇ ਹੋ। ਮੈਨੂੰ ਪਹਿਲੀਆਂ ਗੱਲਾਂ ਤਾਂ ਸਮਝ ਆ ਗਈਆਂ ਵੀ ਆਪਾਂ ਕਿਸੇ ਦਾ ਕੋਈ ਹੱਥ ਲੱਗਿਆ ਭਾਂਡਾ ਜਾਂ ਕਿਸੇ ਦਾ ਕੋਈ ਖਾਧਾ ਪੀਤਾ ਜੂਠਾ ਜੇ ਖਾਵਾਂਗੇ ਤਾਂ ਬਹੁਤ ਨੈਚੁਰਲ ਹੈ ਕਿ ਵੀ ਆਹ ਜਿੱਦਾਂ ਦੀਆਂ ਵਾਇਰਲ ਇਨਫੈਕਸ਼ਨਸ ਨੇ ਆਪਾਂ ਉਹ ਚੱਕ ਲਾਂਗੇ। ਆਹ ਹਿੰਗ ਵਾਲੀ, ਰਾਈ ਵਾਲੀ ਗੱਲ ਵੀ ਮੈਨੂੰ ਸਮਝ ਆ ਗਈ ਵੀ ਚਲੋ ਉਹ, ਪਰ ਜਿਹੜਾ ਬੂਹੇ ਤੇ ਸ਼ਰੀਂ ਬੰਨਣ ਵਾਲਾ, ਨਿੰਬੂ ਮਿਰਚਾਂ ਵਾਲਾ, ਇਹ ਕਿਵੇਂ ਸਾਇੰਟੀਫਿਕ ਆ? ਵੀ ਮੇਰੇ ਧਿਆਨ 'ਚ ਨਹੀਂ, ਮੈਂ ਚਾਹੁੰਦਾ ਆਪਾਂ ਪਰਿਵਾਰ ਦੇ ਮੈਂਬਰਾਂ ਨੂੰ ਦੱਸ ਦਈਏ। ਇਹ ਤੁਸੀਂ ਬਹੁਤ ਵਧੀਆ ਸਵਾਲ ਉਠਾਇਆ। ਅੱਜ ਵੀ ਤੁਸੀਂ ਫ੍ਰਿਜ ਦੇ ਵਿੱਚ ਕਹਿੰਦੇ ਆ ਕਿ ਅੱਧਾ ਨਿੰਬੂ ਕੱਟ ਕੇ ਰੱਖ ਦਿਓ ਤਾਂ ਕਿ ਵੱਖ-ਵੱਖ ਰੱਖੇ ਭੋਜਨ ਦੀ ਓਡੋਰ, ਖੁਸ਼ਬੂ ਜਾਂ ਖਰਾਬ ਹੋਣਾ, ਚੰਗਾ ਹੋਣਾ ਨਾ ਹੋਵੇ। ਨਿੰਬੂ ਦੀ ਇੰਨੀ ਤਾਕਤ ਮੰਨੀ ਜਾਂਦੀ ਹੈ ਜੀ। ਜੇ ਤੁਸੀਂ ਦਹੀਂ ਰੱਖਿਆ ਹੋਇਆ ਹੈ, ਦੂਸਰੇ ਪਾਸੇ ਸਬਜ਼ੀ ਰੱਖੀ ਹੋਈ ਹੈ, ਇੱਕ ਦੂਸਰੇ ਦੀ ਸਮੈਲ ਉਹਦੇ 'ਚ ਚਲੀ ਜਾਂਦੀ ਸੀ। ਭਾਵ ਇਹ ਕਿ ਉਹਦੇ ਵਿੱਚੋਂ ਚੀਜ਼ਾਂ ਉੱਡ ਕੇ, ਚਾਹੇ ਉਹ ਕਿਸੇ ਵੀ ਸ਼ੇਪ ਦੀਆਂ ਹੋਣ, ਚਲੀਆਂ ਜਾਂਦੀਆਂ ਸੀਗੀਆਂ। ਨਿੰਬੂ ਇੱਕ ਇਹੋ ਜਿਹੀ ਚੀਜ਼ ਸੀ, ਜੇ ਤੁਸੀਂ ਅੱਜ ਵੀ ਫ੍ਰਿਜ ਦੇ ਵਿੱਚ, ਇਹ ਪ੍ਰਚਲਿਤ ਹੈ ਕਿ ਕੱਟ ਕੇ ਰੱਖਿਆ ਹੋਏ ਤੇ ਕੋਈ ਵੀ ਸਬਜ਼ੀ ਭਾਜੀ ਦਾ ਇੱਕ ਦੂਸਰੇ ਦੇ ਵਿੱਚ ਸਵਾਦ ਨਹੀਂ ਜਾਂਦਾ। ਇਹ ਨਿੰਬੂ ਦੀ ਵੈਲਿਊ ਹੈ ਜੀ। ਇਸੇ ਤਰੀਕੇ ਦੇ ਨਾਲ ਮਿਰਚਾਂ ਜਿਹੜੀਆਂ ਅੱਤ ਕੌੜੀ ਮਿਰਚ ਨੂੰ ਇਹ ਮੰਨਿਆ ਜਾਂਦਾ ਸੀ ਕਿ ਅਗਰ ਇਹ ਦੂਰ ਵੀ ਕਿਤੇ ਰੱਖੀ ਹੁੰਦੀ ਹੈ, ਇਹਦੇ ਲਾਗੇ ਬੈਕਟੀਰੀਆ, ਵਾਇਰਸ, ਫੰਗਸ ਨਹੀਂ ਜਾਂਦੀ ਜੀ। ਸੋ ਇਹ ਇੱਕ ਟੂਣਾ ਸੀ ਜਿਹਦੀ ਸਾਇੰਟੀਫਿਕ ਵੈਲਿਊ ਹੈ। ਇਸੇ ਤਰੀਕੇ ਦੇ ਨਾਲ ਹਿੰਗ, ਅੱਜ ਵੀ ਅਚਾਰ ਪਾਉਂਦੇ ਹੋ, ਜੇ 4 ਸਾਲ ਕੱਢਣਾ ਹੈ ਤੇ ਉਹਦੇ ਵਿੱਚ ਹਿੰਗ ਤੇ ਰਾਈ ਜ਼ਰੂਰ ਪਾਈ ਜਾਂਦੀ ਹੈ। ਹਾਂਜੀ, ਰਾਈ ਦੇ ਬਾਰੇ ਮੈਂ ਦੱਸਾਂ ਕਿ ਸਰੋਂ ਤੋਂ ਅਸੀਂ ਪ੍ਰਚਲਿਤ ਹੈ। ਰਾਈ ਇਹ ਥੋੜੀ ਕਾਲੇ ਰੰਗ ਦੀ ਸਰੋਂ ਹੁੰਦੀ ਹੈ, ਔਰ ਇਹ ਸਰੋਂ ਦਾ ਤੇਲ ਉਹੀ ਤੇਲ ਹੈ ਕਿ ਉਹਦੇ ਵਿੱਚ ਅਗਰ ਡੁੱਬਿਆ ਹੋਇਆ ਅਚਾਰ ਆ ਤੇ 4 ਸਾਲ ਖਰਾਬ ਨਹੀਂ ਹੋਣਾ ਕਦੇ। ਜੇ ਕਿਤੇ ਫਾੜੀ ਬਾਹਰ ਰਹਿ ਗਈ ਉਹਦੇ ਉੱਤੋਂ ਤੇ ਉਹਨੂੰ ਚਿੱਟੀ ਜੀ ਫੰਗਸ ਲੱਗ ਜਾਂਦੀ ਹੈ। ਅਦਰਵਾਈਜ਼ ਤੇਲ ਦੇ ਵਿੱਚ ਕਦੇ ਵੀ ਫੰਗਸ, ਵਾਇਰਸ, ਬੈਕਟੀਰੀਆ ਨਹੀਂ ਆਉਂਦਾ। ਤੇ ਅਸੀਂ ਇਹਨਾਂ ਦਿਨਾਂ 'ਚ ਵੀ ਲੋਕਾਂ ਨੂੰ ਇਹੀ ਕਹਿੰਦੇ ਰਹੇ ਹਾਂ ਕਿ ਪਲੀਜ਼ ਇਹਦਾ ਜਿਹੜਾ ਪੈਸੇਜ ਹੈ, ਇਨਹੇਲੇਸ਼ਨ ਨਾਲ ਬੈਕਟੀਰੀਆ ਜਾਂ ਵਾਇਰਸ ਜਿਹੜਾ ਕਰੋਨਾ, ਇਹ ਨੇਜ਼ਲ ਪੈਸੇਜਸ ਤੋਂ ਜਾਂਦਾ ਆ ਤੇ ਤੁਸੀਂ ਜ਼ਰੂਰ ਉੱਥੇ ਆਇਲ ਲਾ ਕੇ ਰੱਖੋ, ਥਿੰਦਾ ਰੱਖੋ, ਤਾਂ ਕਿ ਆਇਲ ਜਿਹੜਾ ਆ ਕਿਸੇ ਵੀ ਬੈਕਟੀਰੀਆ, ਵਾਇਰਸ ਨੂੰ ਰੋਕ ਲਏਗਾ।
ਔਰ ਉਹਦੇ ਵਿੱਚ ਫੈਟ ਦੇ ਵਿੱਚ, ਆਇਲ ਦੇ ਵਿੱਚ, ਖਾਸ ਕਰਕੇ ਸਰੋਂ ਦਾ ਤੇਲ ਹੈ, ਉਹਦੇ ਚ ਉਹਦਾ ਬਿਲਕੁਲ ਸਰਵਾਈਵਲ ਨਹੀਂ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਕ੍ਰਿਟੀਕਲੀ ਸੋਚਦੇ ਹਾਂ ਜਾਂ ਕਹਿੰਦੇ ਹਾਂ ਕਿ ਇਹ ਬਲੀਵ ਨੇ ਜਿਹੜੇ, ਇਹ ਬਲੀਵ ਤੋਂ ਲੈ ਕੇ ਫੈਕਟਸ ਤੱਕ ਦੀ ਜਿਹੜੀ ਸਾਡੀ ਸਟੱਡੀਜ਼ ਨੇ, ਉਹ ਸਾਨੂੰ ਫਿਰ ਮੰਨਣ ਦੇ ਲਈ ਮਜਬੂਰ ਕਰ ਜਾਂਦੀਆਂ ਕਿ ਇਹ ਸਾਰੇ ਦੇ ਸਾਰੇ ਉਸ ਵੇਲੇ ਦੇ ਜਿਹੜੇ ਉਪਚਾਰ ਸੀ, ਜਿਨ੍ਹਾਂ ਨੂੰ ਅਸੀਂ ਬਲੀਵਸ ਕਿਹਾ, ਉਹ ਕਿਸ ਤਰੀਕੇ ਦੇ ਨਾਲ ਫੈਕਚੁਅਲ ਚੀਜ਼ਾਂ ਦੇ ਉੱਤੇ ਬੇਸ ਸੀਗੇ ਔਰ ਸੱਚੀ ਮੁੱਚੀ ਦੀ ਬਹੁਤ ਵੱਡੀ ਵੈਲਿਊ ਸੀ। ਬਿਲਕੁਲ ਇਹ ਤੇ ਹੋ ਗਿਆ ਜੀ ਪ੍ਰੀਵੈਂਟਿਵ, ਸੋਸ਼ਲ ਡਿਸਟੈਂਸਿਸ ਰੱਖਣੀਆਂ, ਅਸੀਂ ਸੈਨੀਟਾਈਜ਼ ਕਰਕੇ ਰੱਖਣਾ ਹੈ, ਹੱਥ ਸਾਫ਼ ਰੱਖਣੇ ਆ, ਇਹ ਸਾਰਾ ਕੁਝ ਅਸੀਂ ਕਰਦੇ ਆ। ਉਸ ਤੋਂ ਬਾਅਦ ਅਗਰ ਇਹ ਬੈਡ ਕੋਲਡ ਹੈ, ਕਿਉਂਕਿ ਜ਼ੁਕਾਮ ਨੂੰ ਅਸੀਂ ਹਮੇਸ਼ਾ ਬੈਡ ਕੋਲਡ ਕਿਹਾ ਹੈ, ਲੇਕਿਨ ਇਹ ਨਹੀਂ ਸੀ ਪਤਾ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਰਸਟ ਕੋਲਡ ਦੇ ਨਾਲ ਵੀ ਡੀਲ ਕਰਨਾ ਪਏਗਾ, ਜਿਹੜਾ ਕਿ ਸਾਡੇ ਕੋਲ ਆ ਗਿਆ। ਤਾਂ ਜਦੋਂ ਅਸੀਂ ਇਹਨੂੰ ਜ਼ੁਕਾਮ ਕਿਹਾ, ਇਹਨੂੰ ਨਜ਼ਲਾ ਕਿਹਾ, ਇਹਨੂੰ ਕੋਲਡ ਕਿਹਾ, ਇਹਨੂੰ ਬੈਡ ਕੋਲਡ ਕਿਹਾ, ਵਰਸਟ ਕੋਲਡ ਕਿਹਾ, ਤੇ ਫਿਰ ਇਹ ਸਾਡਾ ਫਰਜ਼ ਬਣਦਾ ਕਿ ਜਦੋਂ ਅਸੀਂ ਪ੍ਰੀਵੈਂਟਿਵ ਮੈਡੀਸਨ ਦੀ ਗੱਲ ਕਰਨੀ ਆ ਤੇ ਉਸ ਵੇਲੇ ਸਾਨੂੰ ਇਹਨਾਂ ਹਾਲਾਤਾਂ ਦੇ ਵਿੱਚ ਹਮੇਸ਼ਾ ਗਰਮ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ, ਚਾਹੇ ਉਹ ਸੋਲਿਡ ਹੋਵੇ, ਸੈਮੀ ਸੋਲਿਡ ਹੋਵੇ, ਲਿਕੁਇਡ ਹੋਵੇ, ਸਾਨੂੰ ਹੌਟ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਜੀ। ਨੰਬਰ 2, ਇਹਦੇ ਉਲਟ ਇਹ ਆ ਕਿ ਕੋਲਡ ਚੀਜ਼ਾਂ, ਆਈਸਕ੍ਰੀਮ ਹੋ ਗਈ, ਸੌਫਟ ਡਰਿੰਕਸ ਹੋ ਗਈਆਂ, ਹੋਰ ਚੀਜ਼ਾਂ, ਜਾਂ ਔਨ ਰੌਕਸ ਹੋ ਗਿਆ, ਬਰਫ਼ ਪਾ ਕੇ ਚੀਜ਼ਾਂ ਦੀ, ਇਹਨਾਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ, ਬਚਣਾ ਚਾਹੀਦਾ ਹੈ। ਔਰ ਇਹਦੇ ਉਲਟ ਇੱਕ ਤੇ ਟੈਂਪਰੇਚਰ ਵਾਈਜ਼ ਹੌਟ ਚੀਜ਼ਾਂ ਲੈਣੀਆਂ ਚਾਹੀਦੀਆਂ, ਦੂਸਰੀਆਂ ਤਸੀਰ ਵਾਈਜ਼ ਜਿਹਦਾ ਅਜੇ ਪੱਛਮ ਨੂੰ ਗਿਆਨ ਨਹੀਂ ਹੈ। ਅਸੀਂ ਗਰਮ ਮਸਾਲਾ ਹੀ ਬਣਾਇਆ, ਠੰਡਾ ਤੇ ਅਜੇ ਤੱਕ ਬਣਿਆ ਕੋਈ ਨਹੀਂ ਜੀ। ਸੋ ਉਹ ਗਰਮ ਚੀਜ਼ ਕੀ ਹੈ, ਗਰਮ ਕੀ ਹੈ? ਤਾਂ ਉਹ ਜਦੋਂ ਅਸੀਂ ਗਰਮ ਤਸੀਰ ਦੀ ਗੱਲ ਕਰਦੇ ਹਾਂ, ਫਿਰ ਅਸੀਂ ਕਹਿੰਦੇ ਹਾਂ ਕਿ ਜੇ ਤੁਹਾਨੂੰ ਕੋਈ ਛਾਤੀ ਦੀ ਪ੍ਰੋਬਲਮ ਹੈ, ਜੇ ਕੋਈ ਤੁਹਾਨੂੰ ਨਜ਼ਲੇ ਜ਼ੁਕਾਮ ਦੀ ਪ੍ਰੋਬਲਮ ਹੈ, ਜੇ ਕਿਤੇ ਸਿਰ ਦੇ ਉੱਤੋਂ ਨਜ਼ਲਾ ਡਿੱਗਦਾ ਆ, ਬਲਗਮ ਡਿੱਗਦੀ ਆ, ਸਾਈਨੋਸਾਈਟਸ ਵਰਗੀਆਂ ਬਿਮਾਰੀਆਂ, ਜਾਂ ਲੰਗਸ ਦੇ ਨਾਲ, ਚਾਹੇ ਉਹ ਐਸਥਮਾ ਹੋਵੇ, ਚਾਹੇ ਉਹ ਬ੍ਰੋਂਕਾਈਟਿਸ ਹੋਵੇ, ਚਾਹੇ ਉਹ ਇੰਟਰਸਟੀਸ਼ੀਅਲ ਲੰਗ ਡਿਜ਼ੀਜ਼ ਹੋਵੇ, ਜਾਂ ਆ ਵਾਇਰਲ ਚੀਜ਼ਾਂ ਹੋਣ, ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਗਰਮ ਤਸੀਰ ਦੀਆਂ ਚੀਜ਼ਾਂ, ਜਿਹਦੇ ਵਿੱਚ ਅਸੀਂ ਹਮੇਸ਼ਾ ਤ੍ਰਿਕਟੂ ਦਾ ਜ਼ਿਕਰ ਕੀਤਾ, 3 ਕੌੜੀਆਂ ਚੀਜ਼ਾਂ ਸਾਡੀ ਰਸੋਈ 'ਚ ਪਈਆਂ ਹੋਈਆਂ, ਕਾਲੀ ਮਿਰਚ, ਮਗਾ ਤੇ ਸੁੰਡ ਜੀ। ਜਦੋਂ ਗੋਰਿਆਂ ਨੇ ਸਾਊਥ ਦੇ ਵਿੱਚ, ਕੈਲਕਟਾ ਦੇ ਵਿੱਚ ਇਨਵੇਜਨ ਕੀਤੇ, ਪਹੁੰਚੇ ਚੋਰੀ ਚਕਾਰੀ ਨਾਲ, ਉਸ ਤੋਂ ਬਾਅਦ ਉਹ ਸਾਡੇ ਮਾਲਕ ਬਣ ਗਏ, ਤੇ ਉਹਦਾ ਕਾਰਨ ਸਿਰਫ ਤੇ ਸਿਰਫ ਗਰਮ ਮਸਾਲੇ ਤੇ ਕਾਲੀ ਮਿਰਚ ਸੀ। ਇਹਨੂੰ ਉਸ ਵੇਲੇ ਦਾ ਬਲੈਕ ਗੋਲਡ ਕਿਹਾ ਗਿਆ, ਕਾਲੀ ਮਿਰਚ। ਇਹ ਪੁਰਾਤਨ ਸਮਿਆਂ ਤੋਂ ਬਹੁਤ ਹੀ ਇੰਪੋਰਟੈਂਟ ਸਾਡੇ ਕੋਲ ਜਿਹੜੀ ਹਰਬਲ ਟ੍ਰੀਟਮੈਂਟ ਦਾ ਆਧਾਰ ਸੀ, ਉਹ ਇਹ ਸਾਰੇ ਦੇ ਸਾਰੇ ਮਸਾਲੇ ਹੁੰਦੇ ਸੀ, ਜਿਹਦੇ ਵਿੱਚ ਜਾਇਫਲ, ਜਵਤਰੀ, ਦਾਲਚੀਨੀ, ਮਗਾ, ਛੋਟੀ ਇਲਾਇਚੀ, ਮੋਟੀ ਇਲਾਇਚੀ, ਸੌਂਫ, ਅਜਵਾਇਣ, ਜ਼ੀਰਾ, ਹਲਦੀ। ਇੱਥੇ ਹੀ ਬਸ ਨਹੀਂ, ਜਦੋਂ ਅਸੀਂ ਸਬਜ਼ੀ ਭਾਜੀ ਪਕਾਉਂਦੇ ਸਾਂ, ਲਸਣ, ਪਿਆਜ਼, ਅਦਰਕ, ਟਮਾਟਰ, ਜੀ, ਇਹਦੀ ਬਹੁਤ ਵੱਡੀ ਅਹਿਮੀਅਤ ਰਹੀ ਹੈ। ਇਹ ਮੈਡੀਸਨਲ ਇੰਪੋਰਟੈਂਸ ਹੈ, ਇਹਦੀ ਟੇਸਟ ਦੇ ਨਾਲ ਇੰਪੋਰਟੈਂਸ ਨਹੀਂ ਹੈ। ਟੇਸਟ ਦੇ ਨਾਲ ਅਸੀਂ ਇਹਨੂੰ ਬਾਅਦ ਚ ਜੋੜਿਆ। ਹਲਦੀ ਦਾ ਕਿਹੜਾ ਟੇਸਟ ਹੁੰਦਾ? ਹਲਦੀ ਰੰਗ ਵੀ, ਹੱਥ ਵੀ ਖਰਾਬ ਕਰਦੀ ਹੈ, ਹਲਦੀ ਦਾ ਕੋਈ ਟੇਸਟ ਵੀ ਨਹੀਂਗਾ। ਲੇਕਿਨ ਕਦੇ ਕੋਈ ਸਬਜ਼ੀ ਭਾਜੀ ਬਣੀ ਜਿਹਦੇ ਵਿੱਚ ਹਲਦੀ ਨਾ ਪਈ ਹੋਵੇ? ਹਲਦੀ ਜੇ ਪਰੇ ਰੱਖ ਦੋ ਤੇ ਸਬਜ਼ੀ ਨਹੀਂ ਖਾਂਦੇ, ਕਹਿੰਦੇ ਆ ਕਿ ਇਹ ਗੱਲ ਨਹੀਂ ਬਣੀ। ਸੋ ਇਹ ਮੈਡੀਸਨਲ ਵੈਲਿਊ ਸੀਗੀਆਂ, ਇਹਨਾਂ ਚੀਜ਼ਾਂ ਦੀਆਂ ਪ੍ਰੀਵੈਂਟਿਵ ਵੈਲਿਊ ਸੀ। ਤਾਂ ਕਰਕੇ ਸਾਡੇ ਬਜ਼ੁਰਗਾਂ ਨੇ ਸਰੋਂ ਦਾ ਤੇਲ ਵਿੱਚ ਲਸਣ ਪਾਉਣਾ, ਪਿਆਜ਼ ਪਾਉਣਾ ਜੀ, ਹਲਦੀ ਪਾਉਣੀ, ਔਰ ਉਹ ਸਾਰੇ ਦਾ ਰਸ ਜਿਹੜਾ ਆ ਉਹ ਤੇਲ ਦੇ ਥਰੂ ਸਾਡੀ ਬਾਡੀ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਸਪਰੈਡ ਹੁੰਦਾ ਸੀ, ਕਿਉਂਕਿ ਤੇਲ ਇੱਕ ਇਹੋ ਜਿਹਾ ਮੀਡੀਅਮ ਆ ਜਿਹੜਾ ਸਾਰੀਆਂ ਚੀਜ਼ਾਂ ਨੂੰ ਆਪਣੇ ਅੰਦਰ ਸਮਾ ਕੇ ਦੂਰ ਦੂਰ ਤੱਕ ਸਾਡੀ ਬਾਡੀ ਦੇ ਵਿੱਚ ਸਪਰੈਡ ਕਰਦਾ ਆ, ਔਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ। ਸੋ ਇਸ ਕਰਕੇ ਇਹ ਤੜਕੇ ਲੱਗਦੇ ਸੀ, ਇਹ ਸਵਾਦਾਂ ਦੇ ਤੜਕੇ ਨਹੀਂ ਸੀ। ਇਹਦੀ ਮੈਡੀਸਨਲ ਵੈਲਿਊ ਸੀ, ਇਹਦੀ ਹੈਲਥ ਵੈਲਿਊ ਸੀ। ਅੱਜ ਅਸੀਂ ਢਾਬਿਆਂ ਤੇ, ਰੈਸਟੋਰੈਂਟਾਂ ਤੇ, ਹੋਟਲਸ ਦੇ ਵਿੱਚ, ਫੂਡ ਕੋਰਟਸ ਦੇ ਵਿੱਚ ਇਹਨੂੰ ਅਸੀਂ ਟੇਸਟ ਦੇ ਨਾਲ, ਟੇਸਟ ਬਡਸ ਦੇ ਨਾਲ ਜੋੜ ਦਿੱਤਾ, ਜਦੋਂ ਕਿ ਇਹਦੀ ਵੈਲਿਊ
ਹੈਲਥ ਆਧਾਰਿਤ ਸੀ ਕਿ ਅਸੀਂ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਤੋਂ ਬਚਣਾ ਕਿਵੇਂ ਆ, ਬਚਣ ਤੋਂ ਬਾਅਦ ਜੇ ਹੋ ਗਈ ਤੇ ਫਿਰ ਪਹਿਲਾਂ ਦੀ ਤਰ੍ਹਾਂ ਰੀਹੈਬਿਲਿਟੇਸ਼ਨ ਕਿਵੇਂ ਹੋਣੀ ਆ। ਸੋ ਇਹ ਸਾਰੇ ਦਾ ਸਾਰਾ ਕੁਝ ਇਸ ਜਦੋਂ ਅਸੀਂ ਕਹਿੰਦੇ ਲੈਟ ਯੂਰ ਫੂਡ ਬੀ ਯੂਰ ਮੈਡੀਸਨ, ਤੁਹਾਡਾ ਭੋਜਨ ਜਿਹੜਾ ਆ ਇਹੀ ਕਿਉਂ ਨਾ ਦਵਾਈ ਹੋਵੇ ਜੀ। ਵਾਈ ਦਾ ਬੜਾ ਵੱਡਾ ਪ੍ਰਕੋਪ ਚੱਲਦਾ ਸੀ। ਜਦੋਂ ਕਿਤੇ ਪੁਰਾਤਨ ਸਮਿਆਂ ਦੇ ਵਿੱਚ ਬਰਾਤ 400 ਦੀ ਆਉਣੀ ਤੇ ਹਲਵਾਈ ਸੱਜਣਾ ਉਸ ਵੇਲੇ ਰਾਜਾ ਹੁੰਦਾ ਸੀ, ਪਿੰਡ ਦੇ ਵਿੱਚ ਉਹੀ ਸਬਜ਼ੀ ਭਾਜੀ ਬਣਾਉਂਦਾ ਸੀ ਜੀ ਜੀ। ਉਹਨੇ 2 ਮੀਟਰ ਲੰਬੀ ਲਿਸਟ ਲਿਖਾ ਦੇਣੀ ਸਮਾਨ ਲਿਆਉਣਾ ਜਦੋਂ, ਤੇ ਬਾਅਦ ਚ ਜਾਣ ਲੱਗਿਆ ਕਹਿਣਾ ਕੋਈ ਇੱਕ ਜੈਫਲ ਵੀ ਲੈਂਦੇ ਆਇਓ ਜੀ। 400 ਬੰਦੇ ਦੀ ਰੋਟੀ ਦੇ ਵਿੱਚ ਇੱਕ ਜੈਫਲ ਦਾ ਧੂੜਾ ਪੈ ਜਾਂਦਾ ਸੀ ਤੇ ਉਹਦੀ ਵਾਈ ਦੀ ਤਸੀਰ ਮਰ ਜਾਂਦੀ ਸੀ। ਇਸ ਵੇਲੇ 90% ਬਿਮਾਰੀਆਂ ਜਿਹੜੀਆਂ ਆ ਉਹ ਵਾਤ ਤੇ ਆਧਾਰਿਤ ਆ, ਵਾਈ ਤੇ ਆਧਾਰਿਤ ਹੈ, ਠੰਡੀਰ ਤੇ ਆਧਾਰਿਤ ਹੈ। ਇਸ ਕਰਕੇ ਗਰਮ ਮਸਾਲਾ ਬਣਿਆ ਸੀ। ਲਸਣ, ਪਿਆਜ਼, ਅਦਰਕ, ਟਮਾਟਰ ਵੀ ਚਾਰੇ ਚੀਜ਼ਾਂ ਗਰਮ ਨੇ ਜੀ। ਉਧਰੋਂ ਕਾਲੀ ਮਿਰਚ ਲੈ ਲਓ, ਲੌਂਗ ਲੈ ਲਓ, ਮੋਟੀ ਇਲਾਚੀ ਲੈ ਲਓ, ਮਗਾਂ ਲੈ ਲਓ, ਇਹ ਸਾਰੀਆਂ ਹੀ ਚੀਜ਼ਾਂ ਗਰਮਾਇਸ਼ ਤੇ ਆਧਾਰਿਤ ਨੇ, ਜਿਨ੍ਹਾਂ ਨੇ ਕਿ 90% ਫੂਡ ਸਟਫ ਜਿਹਦਾ ਆਧਾਰ ਵਾਈ ਤੇ ਠੰਡਾ ਆ ਉਹਨੂੰ ਨਿਊਟਰਲ ਕਰਕੇ ਖਾਣਾ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਸੀ। ਇਹੀ ਕਾਰਨ ਸੀ ਕਿ ਬਾਬਾ ਫੌਜਾ ਸਿੰਘ ਵਰਗੇ ਜਿਹੜੇ ਆ ਉਹ ਅੱਜ ਵੀ ਦੌੜਾਂ ਲਾਈ ਜਾਂਦੇ ਆ। ਉਹ ਅੱਜ ਵੀ ਬਜ਼ੁਰਗ ਹੈਗੇ ਸੀ ਜਿਨ੍ਹਾਂ ਨੂੰ ਕਦੇ ਬਿਮਾਰੀ ਨਹੀਂ ਸੀ ਹੋਈ, ਉਹ ਅੱਜ ਵੀ ਬਜ਼ੁਰਗ ਹੈਗੇ ਨੇ। ਸਾਨੂੰ ਆਪਣੇ ਸੱਭਿਆਚਾਰ ਦੇ ਵਿੱਚੋਂ ਇਹ ਚੀਜ਼ਾਂ ਲੱਭ ਕੇ ਰੱਖਣੀਆਂ ਚਾਹੀਦੀਆਂ, ਸਮਝਣੀਆਂ ਚਾਹੀਦੀਆਂ, ਸਾਨੂੰ ਪ੍ਰੈਕਟਾਈਜ਼ ਕਰਨੀਆਂ ਚਾਹੀਦੀਆਂ, ਕਿਉਂਕਿ ਸਾਡੀ ਵਿਰਾਸਤ ਜਿਹੜੀ ਆ ਉਹ ਇੰਨੀ ਉੱਚੀ ਸੁੱਚੀ ਆ। ਖਾਸ ਕਰਕੇ ਜਿਹੜੀ ਹੈਲਥ ਰਿਲੇਟਡ ਵਿਰਾਸਤ ਹੈ, ਅਸੀਂ ਇਹਨੂੰ ਧੱਕੇ ਮਾਰ ਕੇ ਬੇਮੁਖ ਹੋ ਗਏ ਆ, ਅਸੀਂ ਇਹਨੂੰ ਧੱਕੇ ਮਾਰ ਕੇ ਪਰੇ ਕਰਕੇ ਆਪ ਪਿੱਠ ਕਰਕੇ ਬੇਮੁਖ ਹੋ ਗਏ ਆ, ਜਿਹਦੇ ਕਰਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਉਹ ਸ਼ਿਕਾਰ ਇਸ ਤਰੀਕੇ ਦੇ ਨਾਲ ਨੇ, ਇਸ ਵੇਲੇ ਜ਼ਿਕਰ ਕਰਨਾ ਨਹੀਂ ਬਣਦਾ, ਲੇਕਿਨ ਆਉਣ ਵਾਲੇ ਸਮੇਂ 'ਚ ਜ਼ਰੂਰ ਜ਼ਿਕਰ ਕਰਦੇ ਰਵਾਂਗੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਕੋਲ ਜੋੜਾਂ ਦੀਆਂ ਬਿਮਾਰੀਆਂ ਨੇ, ਕਿਸ ਤਰੀਕੇ ਦੇ ਨਾਲ ਸਾਡੇ ਕੋਲ ਚਮੜੀ ਦੀਆਂ ਬਿਮਾਰੀਆਂ ਨੇ, ਕਿਸ ਤਰੀਕੇ ਨਾਲ ਸਾਡੇ ਵਾਈਟਲ ਆਰਗਨਸ ਵੱਖ-ਵੱਖ ਬਿਮਾਰੀਆਂ ਦੀ ਗ੍ਰਿਫਤ 'ਚ ਆ ਰਹੇ ਨੇ। ਸੋ ਇਸ ਕਰਕੇ ਇਹ ਜਿਹੜਾ ਪ੍ਰੀਵੈਂਟਿਵ ਹੈ, ਬਚਾਓ ਵਿੱਚ ਬਚਾਓ ਆ, ਇਹ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ, ਇਹ ਗੱਲਾਂ ਜਿਹੜੀਆਂ ਤੁਸੀਂ ਅੱਜ ਛੇੜ ਲੀਆਂ ਇਹ ਬਹੁਤ ਹੀ ਕੰਮ ਦੀਆਂ, ਤੇ ਮੈਨੂੰ ਐਂ ਜਾਪਦਾ ਵੀ ਇਹ ਸ਼ਾਇਦ ਆਪਾਂ ਗੱਲਾਂ ਕਰਨੀਆਂ ਵੀ ਛੱਡਤੀਆਂ ਇਸੇ ਕਰਕੇ ਆ ਸਿਆਪੇ ਪਏ ਆ ਵੀ ਦੋਰੇ ਦੋਰੇ ਘੁੰਮ ਕਰੋਨਾ ਆਉਂਦਾ। ਹੁਣ ਜਿੱਦਾਂ ਤੁਸੀਂ ਕਿਹਾ ਵੀ ਕਰੋਨਾ ਬੇਸਿਕਲੀ ਹੈ ਤਾਂ ਨਜ਼ਲੇ ਦੀ ਇੱਕ ਫਾਰਮ, ਜਾਂ ਕਹਿ ਲਓ ਕਿ ਵੀ ਬਹੁਤ ਸਵੀਅਰ ਕਿਸਮ ਦਾ ਜ਼ੁਕਾਮ ਆ। ਹੁਣ ਜੇ ਇੰਨੇ ਸਾਲਾਂ ਬਾਅਦ ਆਇਆ ਤੇ ਇੰਨੇ ਸਾਲਾਂ ਬਾਅਦ ਆਪਣੀ ਜੀਵਨ ਜਾਂਚ 'ਚ ਫਰਕ ਪੈ ਗਿਆ, ਅਖੀਰ ਆਪਾਂ ਇਹਦੇ ਫਿਰ ਕਾਬੂ ਆ ਜਾਈਏ, ਆਪਾਂ ਗਾਂਹ ਨਾ ਆਈਏ। ਅੱਜ ਕਰੋਨਾ ਇੱਕ ਆਇਆ, ਕੱਲ੍ਹ ਨੂੰ ਕੁਝ ਹੋਰ ਆ ਜਾਊਗਾ, ਇਹਦਾ ਵੀ ਕੋਈ ਚਾਚਾ ਤਾਇਆ, ਇਹ ਸਾਰੇ ਕੁਛ ਦੀ ਜਕੜ 'ਚ ਨਾ ਆਈਏ। ਆਪਾਂ ਸਿਰਫ ਇਹਦੇ ਨਾਲ ਰਿਲੇਟਡ ਹੀ ਅੱਜ ਰਹਿੰਦੇ ਹਾਂ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ, ਛੂਆ-ਛੂਤ ਦੀਆਂ, ਖੰਘ, ਜ਼ੁਕਾਮ, ਨਜ਼ਲਾ, ਇਸ ਤਰ੍ਹਾਂ ਦੀਆਂ ਚੀਜ਼ਾਂ, ਇਹਨਾਂ ਚੀਜ਼ਾਂ ਤੋਂ ਬਚਣਾ ਹੋਵੇ ਤਾਂ ਜਿਹੜੀਆਂ ਚੀਜ਼ਾਂ ਤੁਸੀਂ ਹੁਣੇ ਸਮਝਾਈਆਂ, ਚਾਹੇ ਉਹ ਪ੍ਰੀਵੈਂਟਿਵ ਮੈਜਰਸ ਨੇ, ਹੱਥ ਧੋਣ ਦੀ ਗੱਲ ਹੈ, ਹੱਥ ਲਾਉਣ ਦੀ ਗੱਲ ਹੈ, ਇਸ਼ਨਾਨ ਦੀ ਗੱਲ ਹੈ, ਕੋਈ ਚੀਜ਼ਾਂ ਟੰਗਣ ਦੀ ਗੱਲ ਹੈ, ਕੋਈ ਖਾਣ ਪੀਣ ਦੀ ਗੱਲ ਹੈ, ਤਾਂ ਕਿਹੋ ਜਿਹਾ ਬੰਦੇ ਨੂੰ ਜੀਵਨ ਜਾਂਚ ਅਪਣਾ ਲੈਣੀ ਚਾਹੀਦੀ ਹੈ ਵੀ ਉਹ ਆਮ ਹੀ ਇਹੋ ਜਿਹੀਆਂ ਚੀਜ਼ਾਂ ਤੋਂ ਪਰਹੇਜ਼ ਕਰਦਾ ਰਹੇ, ਇੱਕ ਰੈਗੂਲਰ ਫੀਚਰ ਹੀ ਬਣ ਜਾਏ ਵੀ ਯਾਰ ਮੈਂ ਆਹ ਕੰਮ ਇੱਦਾਂ ਕਰਨੇ, ਇੱਕ ਜੀਵਨ ਜਾਂਚ ਬਣ ਜਾਏ ਉਹਦੀ। ਇਹ ਬਹੁਤ ਅਹਿਮ ਬਿੰਦੂ ਉਠਾਇਆ ਤੁਸੀਂ। ਇਹਨੂੰ ਅਸੀਂ ਪ੍ਰੀਵੈਂਟਿਵ ਮੈਡੀਸਿਨ ਕਹਿ ਦਿੰਦੇ ਹਾਂ ਜੀ। ਇੱਕ ਆਦਤ ਪਾ ਲਈਏ ਕਿ ਉੱਠ ਕੇ ਜਿਹੜੀ ਅਸੀਂ ਬੈਡ ਟੀ ਲੈਨੇ ਆ, ਕਾਫੀ 2-2, 3-3 ਲੀਟਰ ਲੋਕ ਪੀਣ ਲੱਗ ਗਏ ਨੇ ਗੋਰਿਆਂ ਵੱਲ ਦੇਖ ਕੇ ਜੀ। ਇਹ ਸਾਰੀਆਂ ਚੀਜ਼ਾਂ ਹਾਈਲੀ ਐਸਿਡਿਕ ਨੇ, ਜਿਨ੍ਹਾਂ ਨੇ ਸਾਨੂੰ ਦੁਨੀਆ ਭਰ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦਿੱਤੀਆਂ। ਸਵੇਰੇ ਉੱਠ ਕੇ ਬੈਡ ਟੀ ਲੈਣੀ ਜੀ। ਇਹ ਬੈਡ ਟੀ ਵਧੀਆ ਸ਼ਬਦ ਕੱਢਿਆ ਤੁਸੀਂ, ਬੈਡ ਟੀ ਨਹੀਂ, ਇਹ ਬੈਡ ਟੀ ਹੈ ਜੀ। ਸੋ ਇਹ ਬੈਡ ਟੀ ਛੱਡ ਕੇ ਜੇ ਅਸੀਂ ਮੁਲੱਠੀ, ਕੁਦਰਤ ਨੇ ਸਾਨੂੰ ਇੱਕੋ ਹੀ ਕੋਰਟੀਕੋਸਟੀਰੋਇਡ ਕੀਤਾ, ਜਿਹਨੂੰ ਤੁਸੀਂ ਅੰਗਰੇਜ਼ੀ ਦੇ ਵਿੱਚ ਡੈਕਸਾਮੀਥਾਸੋਨ, ਬੀਟਾਮੀਥਾਸੋਨ, ਪ੍ਰੈਡਨੀਸੋਲੋਨ, ਜਦੋਂ ਕੋਈ ਦਵਾਈ ਕਾਰਗਰ ਨਹੀਂ ਹੁੰਦੀ ਉੱਥੇ ਆਪਾਂ ਪਾਉਣੇ ਆ, ਚਾਹੇ ਟੀਕਾ ਲਾਈਏ ਚਾਹੇ ਗੋਲੀਆਂ ਦੇਈਏ। ਇਸ ਵੇਲੇ ਵੀ ਕਰੋਨਾ 'ਚ ਵੀ ਦਿੱਤੀ ਜਾ ਰਹੀ ਹੈ। ਉਹ ਰੱਬ ਨੇ ਕੱਲੀ ਮੁਲੱਠੀ 'ਚ ਪਾਤੀ, ਲਿਕਰਸ 'ਚ ਪਾਤੀ ਹੈ ਜੀ। ਸੋ ਮੁਲੱਠੀ ਇੱਕ ਇਹੋ ਜਿਹੀ ਚੀਜ਼ ਹੈ, ਜੇ ਤੁਸੀਂ ਉਹਨੂੰ ਕੁੱਟ ਕੇ ਇੱਕ ਏਡਾ ਟੋਟਾ ਰਾਤ ਭਿਉਂ ਦਿਓ, ਸਵੇਰੇ ਉੱਠ ਕੇ ਉਬਾਲ ਕੇ ਪੀਓ, ਇਸ ਤਰ੍ਹਾਂ ਸਵੇਰੇ ਭਿਉਂ ਦਿਓ, ਸ਼ਾਮੀ ਪੀਓ। ਤੇ ਮੁਲੱਠੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਟੋਟਲ ਤੁਹਾਡਾ
ਸਾਰੇ ਪੈਸੇजेस ਜਿਹੜੇ ਆ ਉਹਨਾਂ ਨੂੰ ਖੋਲ ਕੇ, ਚਾਹੇ ਉਹ ਸਪਾਜ਼ਮ ਹੋਵੇ, ਚਾਹੇ ਉਹ ਮਾਰਬਿਡ ਹੋਵੇ, ਚਾਹੇ ਕੁਝ ਹੋਵੇ, ਕਿਊਰੇਟ ਕਰਕੇ ਲੈ ਜਾਂਦੀ ਹੈ ਜੀ। ਸੋ ਇਹ ਇੱਕ ਸਿੱਧਾ ਕੰਟੈਕਟ ਹੈ, ਉਹਦਾ ਬੈਨੀਫਿਟ ਹੈ। ਪਲੱਸ ਉਹਨੇ ਜਦੋਂ ਖੂਨ 'ਚ ਜਾ ਕੇ ਸਿਸਟੈਮਿਕਲੀ ਸਾਡੇ ਤੇ ਅਸਰ ਕਰਨਾ ਤੇ ਉਹ ਇੱਕ ਸਟੀਰੋਇਡ ਦਾ ਕੰਮ ਕਰਦੀ ਹੈ, ਜਿਹੜਾ ਕਿ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਕਾਰਗਰ ਹੁੰਦਾ ਹੈ। ਸੋ ਇਸ ਕਰਕੇ ਮੁਲੱਠੀ ਦਾ ਕਾੜਾ ਡਿਕਾਕਸ਼ਨ ਜਾਂ ਚਾਹ ਬਣਾ ਕੇ ਪੀਣੀ ਜਿਹੜੀ ਆ, ਚਾਹ ਮੈਂ ਇਸ ਕਰਕੇ ਨਹੀਂ ਲੈਂਦਾ, ਫਿਰ ਪੱਤੀ ਪਾ ਲੈਣੀ ਸੀ ਜੀ ਜੀ। ਚਾਹ ਪਾਉਣਾ ਕੁਛ ਨਹੀਂ ਉਹਦੇ ਕਾੜਾ। ਡਾਕਟਰ ਸਾਹਿਬ ਆਪਾਂ ਕਲੀਅਰ ਕਰ ਦਈਏ ਜੀ ਵੀ ਮਲੱਠੀ ਦਾ ਟੋਟਾ ਲੈਣਾ, ਪਾਣੀ 'ਚ ਪਾਉਣਾ, ਉਬਾਲ ਲੈਣਾ ਤੇ ਉਹ ਜਦੋਂ ਉਹਦਾ ਕੋਈ ਰੰਗ ਜਿਹਾ ਨਿਕਲ ਆਵੇ ਤੇ ਉਦੋਂ ਬਾਅਦ ਉਹਨੂੰ ਪੀ ਲੈਣਾ, ਬਸ ਇਹੀ ਕਿ ਹੋਰ ਕੁਝ ਪਾਉਣਾ ਵਿੱਚ ਉਹਦੇ? ਨਹੀਂ, ਮੈਂ ਦੁਹਰਾ ਕੇ ਦੱਸ ਦਿਆਂ ਕਿ ਮਲੱਠੀ ਸੋਲਿਡ ਲੱਕੜ ਦਾ ਪੀਸ ਹੁੰਦਾ ਹੈ। ਹਾਂਜੀ ਹਾਂਜੀ। ਇੱਕ ਉਂਗਲੀ ਜਿੰਨਾ ਮੋਟਾ, ਉਂਗਲੀ ਜਿੰਨਾ ਲੰਮਾ। ਇਹਨੂੰ ਕੁੱਟ ਲਓ ਜੀ। ਕੁੱਟ ਕੇ ਰਾਤ ਨੂੰ ਭਿਉਂ ਦਿਓ ਜੀ। ਕੁੱਟ ਕੇ ਭਿਉਂ ਨਰਮ ਹੋ ਜੂਗੀ। ਸਵੇਰੇ ਉੱਠ ਕੇ ਜੇ ਇੱਕ ਗਲਾਸ ਦੇ ਵਿੱਚ ਇੱਕ ਟੁਕੜਾ ਮਲੱਠੀ ਦਾ ਭਿਉਇਆ ਸੀ, ਉਸੇ ਨੂੰ ਉਬਾਲ ਕੇ ਅੱਧਾ ਰਹਿ ਜਾਏ ਜੀ ਤੇ ਉਹ ਤੁਹਾਡੀ ਡਿਕਾਕਸ਼ਨ ਬਣ ਗਈ, ਤੁਹਾਡਾ ਕਾੜਾ ਬਣ ਗਿਆ, ਤੁਹਾਡੀ ਚਾਹ ਬਣ ਗਈ। ਉਹਨੂੰ ਇਸ ਤਰ੍ਹਾਂ ਸਵੇਰੇ ਕਰ ਲਓ, ਉਹਨੂੰ ਰਾਤੀ ਪੀਓ। ਦਿਨ 'ਚ 2 ਵਾਰੇ ਤੇ ਮਲੱਠੀ ਦਾ ਸੇਵਨ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਹੈ। ਜੇ ਅਸੀਂ ਕਰੋਨਾ ਦੀ ਗੱਲ ਕਰੀਏ ਤਾਂ ਅਦਰਵਾਈਜ਼ ਵੀ ਇੱਕ ਆਲਟਰਨੇਟਿਵ ਹੈ, ਇੱਕ ਟੌਨਿਕ ਆ, ਸਾਡੇ ਸਰੀਰ ਵਾਸਤੇ ਬਹੁਤ ਹੀ ਮੁਫੀਦ ਆ ਤੇ ਸਾਨੂੰ ਮੁਲੱਠੀ ਦੀ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ। ਤ੍ਰਿਕਟੂ ਦੀਆਂ ਗੋਲੀਆਂ ਮੈਂ ਬਹੁਤ ਦੁਨੀਆ ਭਰ ਦੇ ਵਿੱਚ ਪ੍ਰਚਲਿਤ ਕੀਤੀਆਂ। ਕਾਲੀ ਮਿਰਚ, ਮਗਾਂ ਤੇ ਸੁੰਡ ਜੀ, ਇਹ 30 ਗ੍ਰਾਮ ਲੈ ਲੈਣੀਆਂ। 90 ਗ੍ਰਾਮ ਪਾਊਡਰ ਹੋ ਗਿਆ ਤੇ 90 ਗ੍ਰਾਮ ਮੁਨੱਕਾ ਲੈ ਲੈਣਾ ਜੀ। ਮੁਨੱਕਾ ਮੇਵਾ ਨਹੀਂ ਹੁੰਦਾ, ਸੌਗੀ ਨਹੀਂ ਹੁੰਦੀ, ਇਹ ਬਲੈਕ ਰੇਜ਼ਨਸ ਹੁੰਦੇ ਆ। ਇਹਦੇ ਸੀਡ ਕੱਢ ਕੇ ਸੁੱਟ ਕੇ ਬਰੀਕ ਬਰੀਕ ਟੁਕੜੇ ਕੱਟ ਕੇ ਇਹਦਾ ਪਲਪ ਮਿਕਸ ਐਂਡ ਮੈਸ਼ ਕਰਕੇ ਗੋੜਾ ਬਣਾ ਕੇ ਉਹਦੀਆਂ ਗੋਲੀਆਂ ਵੱਟ ਲਓ, ਮਟਰਾਂ ਦੇ ਦਾਣੇ ਜਿੰਨੀਆਂ। 2 ਸਵੇਰੇ, 2 ਦੁਪਹਿਰੇ, 2 ਸ਼ਾਮੀ। ਤੇ ਜੇ ਕਿਤੇ ਸਵੇਰੇ ਸ਼ਾਮ 골ਡਨ ਮਿਲਕ ਤੁਸੀਂ ਹਲਦੀ ਵਾਲਾ ਦੁੱਧ, ਹਲਦੀ ਗਰਮ ਦੁੱਧ ਦੇ ਵਿੱਚ ਮਿਕਸ ਕਰਕੇ ਪੀ ਲਓ ਤੇ ਤੁਸੀਂ ਬਹੁਤ ਸਾਰੀਆਂ ਬੈਕਟੀਰੀਅਲ, ਵਾਇਰਲ, ਫੰਗਲ ਡਿਜ਼ੀਜ਼ਸ ਤੋਂ ਬਚ ਸਕਦੇ ਹੋ। ਚਾਹੇ ਉਹ ਛਾਤੀ ਨਾਲ ਸੰਬੰਧਿਤ ਨੇ, ਚਾਹੇ ਨਜ਼ਲੇ ਨਾਲ ਸੰਬੰਧਿਤ ਨੇ, ਚਾਹੇ ਉਹ ਜੋੜਾਂ ਨਾਲ ਸੰਬੰਧਿਤ ਨੇ, ਚਾਹੇ ਉਹ ਸਾਨੂੰ ਚਮੜੀ ਦੀਆਂ ਬਿਮਾਰੀਆਂ ਦੇ ਨਾਲ ਸੰਬੰਧਿਤ ਨੇ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਹਲਦੀ ਬਹੁਤ ਮੁਫੀਦ ਹੈ। ਔਰ ਜੋੜਾਂ ਦੀਆਂ ਦਰਦਾਂ, ਡਾਈਜੈਸਟਿਵ ਐਂਜ਼ਾਈਮਸ ਤੇ ਹੋਰ ਬਹੁਤ ਸਾਰੇ ਵਿਕਾਰ ਨੇ ਜਿਹੜੇ ਬਾਡੀ ਦੇ, ਉਹਨਾਂ ਦੇ ਵਿੱਚ ਤ੍ਰਿਕਟੂ ਕੰਮ ਕਰਦਾ ਹੈ। ਤੇ ਮੁਲੱਠੀ ਦਾ ਤੇ ਮੈਂ ਬੜਾ ਐਲੈਬੋਰੇਟ ਡਿਟੇਲਡ ਡਾਕਟਰ ਸਾਹਿਬ, ਇਹ ਤ੍ਰਿਕਟੂ ਜਿਹੜਾ ਹੈ, ਆਪਾਂ ਇੱਕ ਵਾਰ ਮੈਂ ਤੁਹਾਡੇ ਕੋਲੋਂ ਮਾਫੀ ਮੰਗ ਕੇ ਦੁਹਰਾਉਣ ਦੇ ਲਈ ਕਹਿਣਾ, ਆਪਾਂ ਹੌਲੀ ਹੌਲੀ ਫਿਰ ਦੁਹਰਾ ਦਈਏ, ਕਿਉਂਕਿ ਸੋਸ਼ਲ ਮੀਡੀਆ ਤੇ ਤਾਂ ਦੁਬਾਰਾ ਲੋਕ ਦੇਖ ਲੈਂਦੇ ਨੇ, ਪਰ ਜਦੋਂ ਟੀਵੀ ਦੇ ਉੱਪਰ ਐਪੀਸੋਡ ਜਾਂਦਾ ਤਾਂ ਕਈ ਵਾਰ ਫਿਰ ਉਹਨੂੰ ਬੈਕ ਨਹੀਂ ਕੀਤਾ ਜਾਣਾ। ਇਸ ਕਰਕੇ ਤੁਸੀਂ ਮੈਨੂੰ ਦੁਬਾਰਾ ਸਮਝਾ ਦਿਓ ਵੀ 30 ਗ੍ਰਾਮ ਆਪਾਂ ਤਿੰਨੋਂ ਚੀਜ਼ਾਂ ਲੈਣੀਆਂ, ਕਾਲੀ ਮਿਰਚ, ਮਗਾਂ ਤੇ ਤੀਸਰੀ ਚੀਜ਼ ਮੈਂ ਵੀ ਭੁੱਲ ਗਿਆ, ਦੇਖ ਲਓ। ਮੈਂ ਦੁਬਾਰਾ ਦੱਸਦਾ ਹਾਂ। ਕਾਲੀ ਮਿਰਚ ਮੀਨਸ ਬਲੈਕ ਪੈਪਰ। ਹਾਂਜੀ। ਮਗਾਂ ਉਹਨੂੰ ਪਿਪਲੀ ਵੀ ਕਹਿ ਦਿੰਦੇ ਆ, ਅੰਗਰੇਜ਼ੀ ਦੇ ਵਿੱਚ ਇਹਨੂੰ ਲੌਂਗ ਪੈਪਰ ਕਹਿ ਦਿੰਦੇ ਆ। ਜਿੱਡੀ ਕ ਆਪਣੀ ਚੀਚੀ ਹੈ, ਇਹਦੇ ਤੋਂ ਛੋਟੀ ਹੁੰਦੀ ਹੈ, ਇੰਨੀ ਕਿ ਬਰੀਕ ਤੇ ਖਜੂਰ ਦੇ ਦਰਖਤ ਵਾਂਗ ਇਵੇਂ ਦੀ ਉਹਦਾ ਸ਼ਕਲ ਹੁੰਦੀ ਹੈ, ਬਬ ਸਰਫੇਸ ਹੈ ਜੀ ਜੀ। ਉਹਨੂੰ ਅਸੀਂ ਮਗਾਂ ਕਹਿੰਦੇ ਆ। ਤੇ ਤੀਸਰਾ ਹੈਗਾ ਡਰਾਈ ਜਿੰਜਰ, ਉਹੀ ਅਦਰਕ ਜਿਹੜਾ ਸੁੱਕ ਜਾਂਦਾ ਹੈ, ਸਾਊਥ ਇੰਡੀਆ ਦਾ ਬੈਸਟ ਹੈ। ਸੁੰਡ। ਸੋ ਇਹ 3 ਚੀਜ਼ਾਂ ਕੌੜੀਆਂ ਨੇ, ਕਟੂ ਨੇ, ਇਸ ਕਰਕੇ ਇਹਨਾਂ ਨੂੰ ਤ੍ਰਿਕਟੂ ਕਿਹਾ। ਮੰਨ ਲਓ ਇਹਨਾਂ ਨੂੰ 30 ਗ੍ਰਾਮ ਲੈ ਲਓ ਸਾਰੀਆਂ ਜੀ। ਤਿੰਨੇ ਚੀਜ਼ਾਂ 30 ਗ੍ਰਾਮ ਲੈ ਕੇ ਇਹ 90 ਗ੍ਰਾਮ ਪਾਊਡਰ ਹੋ ਗਿਆ। 30 ਗ੍ਰਾਮ ਕਾਲੀ ਮਿਰਚ, ਮਗਾਂ ਤੇ ਸੁੰਡ, 30 ਗ੍ਰਾਮ, 90 ਗ੍ਰਾਮ ਜੀ। ਹੁਣ ਇਹਦੀ ਦਵਾਈ ਕਿਵੇਂ ਬਣਨੀ ਹੈ? ਪਾਰਟਿਕੂਲਰ ਪ੍ਰਪੋਰਸ਼ਨ। ਇਹ ਮਸਾਲੇ ਦਵਾਈ ਦਾ ਰੂਪ ਕਿਵੇਂ ਇਖਤਿਆਰ ਕਰਦੇ ਆ? ਜਦੋਂ ਸਪੈਸੀਫਿਕ ਪ੍ਰਪੋਰਸ਼ਨ ਯੂਜ਼ ਕਰੀਦਾ ਜੀ। 30 ਗ੍ਰਾਮ ਇਹ ਤਿੰਨੇ ਚੀਜ਼ਾਂ 90 ਗ੍ਰਾਮ ਹੋ ਗਿਆ। ਤੇ 90 ਗ੍ਰਾਮ ਮੁਨੱਕਾ ਲੈਣਾ ਜੀ। ਮੁਨੱਕਾ ਮੇਵਾ ਨਹੀਂ ਹੁੰਦਾ, ਸੌਗੀ ਨਹੀਂ ਹੁੰਦੀ, ਬੀਆਂ ਵਾਲੇ ਕਾਲੇ ਅੰਗੂਰ ਹੁੰਦੇ ਨੇ, ਉਹਨਾਂ ਦੇ ਸੀਡ ਕੱਢ ਕੇ ਬਰੀਕ ਬਰੀਕ ਕੁਤਰਾ ਕਰ ਲੈਣਾ ਤਾਂ ਕਿ ਉਹਦਾ ਪਲਪ ਬਾਹਰ ਆ ਜਾਏ ਜੀ। ਉਹਨੂੰ ਫਿਰ ਤੁਸੀਂ ਉਸ ਪਾਊਡਰ ਦੇ ਨਾਲ ਮਿਕਸ ਕਰਨਾ ਹੈ। 90 ਗ੍ਰਾਮ ਪਾਊਡਰ, 90 ਗ੍ਰਾਮ ਮੁਨੱਕਾ, 90 ਦਾ 100 ਗ੍ਰਾਮ ਵੀ ਹੋ ਸਕਦਾ ਹੈ। ਉਹਨੂੰ ਮਿਕਸ ਐਂਡ ਮੈਸ਼ ਕਰ ਲੈਣਾ ਤਾਂ ਕਿ ਉਹਦੀ ਬਾਈਂਡਿੰਗ ਪਾਵਰ ਹੋ ਜਾਏ। ਫਿਰ ਉਹ ਗੋੜਾ ਬਣ ਜਾਏਗਾ। ਨਿੱਕੀਆਂ ਨਿੱਕੀਆਂ ਮਟਰਾਂ ਦੇ ਦਾਣੇ ਜਿੰਨੀਆਂ ਗੋਲੀਆਂ ਬਣਾ ਲਓ। ਮੇਕ ਸ਼ੋਰ ਕਿ ਪਾਣੀ ਨਾ ਲੱਗੇ, ਨਹੀਂ ਤੇ ਸ਼ੈਲਫ ਲਾਈਫ ਖਤਮ ਹੋ ਜਾਏ ਜੀ। ਇਹਨੂੰ ਪਾਣੀ ਨਾ ਲੱਗੇ, ਇਹ ਬਣਾ ਕੇ ਰੱਖੋ। 2 ਸਵੇਰੇ, 2 ਦੁਪਹਿਰੇ, 2 ਸ਼ਾਮੀ। ਬਾਅਦ ਚ ਹਲਦੀ ਵਾਲਾ ਦੁੱਧ ਪੀ ਲੈਣਾ। ਇਹ ਆਪਣੇ ਆਪ ਦੇ ਵਿੱਚ
ਬਹੁਤ ਸਾਰੀਆਂ ਅਣਗਿਣਤ ਬਿਮਾਰੀਆਂ ਦਾ ਇਲਾਜ ਹੈ। ਬਹੁਤੀਆਂ ਬਿਮਾਰੀਆਂ ਤੇ ਸਾਨੂੰ ਇਸ ਵੇਲੇ ਹਾਜ਼ਮੇ ਤੋਂ, ਪੁਰਾਣੇ ਜ਼ਮਾਨੇ 'ਚ ਕਹਿੰਦੇ ਹੁੰਦੇ ਸੀ ਦੰਦ ਗਏ ਤੇ ਸਵਾਦ ਗਿਆ, ਸਵਾਦ ਗਏ ਤੇ ਡਾਈਜੈਸ਼ਨ ਗਿਆ, ਡਾਈਜੈਸ਼ਨ ਗਏ ਤੇ ਸਰੀਰ ਹੀ ਗਿਆ। ਸੋ ਇਸ ਕਰਕੇ ਜਿਹੜਾ ਫੂਡ ਮੈਟਾਬੋਲਿਜ਼ਮ ਜਿਹਦਾ ਸਹੀ ਹੈ, ਜਿਹਨੂੰ ਭੋਜਨ ਠੀਕ ਤਰੀਕੇ ਦੇ ਨਾਲ ਪਚਦਾ ਆ, ਉਹਨੇ ਰਸ ਸਤ, ਵੀਰਿਆ, ਵਿਪਾਕ ਸਾਰੇ ਗੁਣ ਉਹਦੇ ਵਿੱਚੋਂ ਕੱਢ ਲਏ, ਉਹ ਤਾਂ ਸਰੀਰ ਕੰਪਿਊਟਰ ਐਫੀਸ਼ੀਐਂਟ ਹੈ। ਕੋਈ ਬਿਮਾਰੀ ਨਹੀਂ ਹੋ ਸਕਦੀ, ਕੋਈ ਕੁਝ ਨਹੀਂ ਹੋ ਸਕਦਾ। ਤੇ ਜਿਹਨੇ ਖਾਧਾ ਸਬਲਿੰਗਲੀ ਟੇਸਟ ਨੂੰ ਪਲੀਜ਼ ਕੀਤਾ ਤੇ ਉਸ ਤੋਂ ਬਾਅਦ ਉਹ ਗਿਆ, ਉਹਦਾ ਤੇ ਫਿਰ ਫਾਇਦਾ ਕੋਈ ਨਹੀਂ। ਉੱਥੇ ਤ੍ਰਿਕਟੂ ਬਹੁਤ ਵਧੀਆ ਕੰਮ ਕਰਦਾ ਹੈ, ਡਾਈਜੈਸਟਿਵ ਐਂਜ਼ਾਈਮਸ ਨੂੰ ਪ੍ਰਮੋਟ ਕਰਦਾ, ਪ੍ਰਵੋਕ ਕਰਦਾ, ਹਾਜ਼ਮਾ ਦਰੁਸਤ ਕਰਦਾ। ਸੋ ਇਸ ਕਰਕੇ ਕਿੱਥੇ ਇਹ ਚੀਜ਼ਾਂ ਐਂਟੀਬਾਇਓਟਿਕ ਨੇ, ਐਂਟੀ ਐਲਰਜਿਕ ਨੇ, ਐਂਟੀਸੈਪਟਿਕ ਨੇ, ਐਂਟੀ ਇਨਫਲੇਮੇਟਰੀ ਨੇ, ਇਹੀ ਇਹਨਾਂ ਦਾ ਗੁਣ ਹੈ। ਔਰ ਇਸ ਗੁਣ ਕਰਕੇ ਹੀ ਅਸੀਂ ਇਹ ਕਹਿੰਦੇ ਹਾਂ ਲੈਟ ਯੂਰ ਫੂਡ ਬੀ ਯੂਰ ਮੈਡੀਸਨ। ਇਹ ਤੁਹਾਡਾ ਭੋਜਨ, ਔਰ ਇਹ ਸਾਰੀਆਂ ਦੀਆਂ ਸਾਰੀਆਂ ਤੁਹਾਡੀ ਰਸੋਈ 'ਚ ਪਈਆਂ ਹੋਈਆਂ ਚੀਜ਼ਾਂ ਨੇ। ਐਵੇਂ 30-40 ਚੀਜ਼ਾਂ, ਇਸ ਤੋਂ ਵੱਧ ਨਹੀਂ ਹੈਗਾ। ਇਹਦੀਆਂ ਤੁਸੀਂ ਪਾਰਟਿਕੂਲਰ ਪ੍ਰਪੋਰਸ਼ਨ ਚੀਜ਼ਾਂ ਯੂਜ਼ ਕਰਕੇ ਕਿਸ ਤਰ੍ਹਾਂ ਇੱਕ ਸਧਾਰਨ ਸੋ ਕਾਲਡ ਸਪਾਈਸਿਸ, ਕਿਉਂਕਿ ਅਸੀਂ ਸਪਾਈਸ ਦਾ ਬੜਾ ਮਿਸਯੂਜ਼ ਕੀਤਾ ਲਫ਼ਜ਼ ਦਾ, ਕਿ ਉਹ ਬੜਾ ਸਪਾਈਸੀ ਆ, ਬੜਾ ਸਪਾਈਸੀ ਆ। ਉਹ ਲਾਲ ਮਿਰਚੀ ਨੂੰ ਸਪਾਈਸ ਕਹੇ, ਸਪਾਈਸ ਸੌਂਫ ਵੀ ਹੈ, ਜਵੈਣ ਵੀ ਆ, ਜ਼ੀਰਾ ਵੀ ਆ। ਔਰ ਇਹ ਚਾਰੇ ਚੀਜ਼ਾਂ ਇੰਨੀਆਂ ਮਹਾਨ ਨੇ, ਕਾਲਾ ਜ਼ੀਰਾ, ਚਿੱਟਾ ਜ਼ੀਰਾ, ਸੌਂਫ, ਜਵੈਣ, ਜਿਹਨੂੰ ਅਸੀਂ ਬਚਪਨ ਦੇ ਵਿੱਚ ਚਵਰਕਾ ਕਿਹਾ ਸੀ। 4 ਚੀਜ਼ਾਂ ਦਾ ਅਰਕ ਕੱਢ ਕੇ ਜਨਮ ਘੁੱਟੀ ਬਣ ਜਾਂਦੀ ਸੀ। 2 ਮਹੀਨੇ ਦੇ ਬੱਚੇ ਤੋਂ ਲੈ ਕੇ 82 ਸਾਲ ਦੇ ਬੁੱਢੇ ਤੱਕ ਇਹ ਚਵਰਕਾ ਕੰਮ ਕਰਦਾ ਸੀ। ਲਿਆਉਣਾ ਬਾਜ਼ਾਰੋਂ ਪੈਂਦਾ ਸੀ, ਕਿਉਂਕਿ ਇਹ ਚਵਰਕਾ ਅਰਕ ਕੱਢਣਾ ਪੈਂਦਾ ਸੀ। ਇਹਨਾਂ 4 ਚੀਜ਼ਾਂ ਦੀ ਸ਼ਰਾਬ ਬਣਾਉਣੀ ਪੈਂਦੀ ਸੀ। ਅੱਜ ਵੀ ਛੱਡੀਏ ਜਿਹੜੀ ਅਸੀਂ ਅੰਗੂਰਾਂ ਦੀ ਜਾਂ ਹੋਰ ਸੜੀਆਂ ਚੀਜ਼ਾਂ ਦੀ ਅਸੀਂ ਸ਼ਰਾਬ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਇਹ ਚਵਰਕੇ ਦੀ ਸ਼ਰਾਬ ਬਣਾ ਕੇ ਘਰ ਰੱਖੋ। ਇਹ ਅਰਕ ਹੈ ਜਿਹੜਾ, ਇਹ ਤੁਹਾਨੂੰ ਚਵਰਕਾ ਦਾ ਅਰਕ ਤੁਹਾਡੇ ਲਈ ਬਹੁਤ ਵੱਡਾ ਬੈਨੀਫਿਟ ਦੇਵੇਗਾ। ਮੈਂ ਫਿਰ ਮਾਫੀ ਮੰਗ ਲੈਣੀ ਆ, ਮੇਰਾ ਕੰਮ ਅੱਜ ਮਾਫੀਆਂ ਮੰਗਣ ਵਾਲਾ। ਅੱਜ ਚਵਰਕੇ ਵਾਲੀ ਸ਼ਰਾਬ ਬਣਾਈ ਹੈ ਜੀ, ਕਿੱਦਾਂ ਬਣਦੀ ਹੈ? ਇਹ ਵੀ ਕਿਤੇ ਕੋ ਆਉਂਦੀ ਹਿਸਾਬ 'ਚ ਗੱਲ, ਇਹ ਵੀ ਬਣਾ ਹੀ ਲਈ ਅੱਜ। ਇਹ ਕਿੱਦਾਂ ਬਣਾਉਣੀ ਜੀ? ਕੁਛ ਨਹੀਂ ਹੈ, ਪ੍ਰੋਸੀਜਰ ਸਾਡਾ ਉਹੀ ਹੈ। ਇਹਦੇ 'ਚ 4 ਚੀਜ਼ਾਂ ਨੇ, ਚਾਰੇ ਭੈਣ ਭਰਾ ਨੇ, ਇੱਕੋ ਫੈਮਿਲੀ ਆ। ਕਾਲਾ ਜ਼ੀਰਾ, ਚਿੱਟਾ ਜ਼ੀਰਾ, ਸੌਂਫ ਤੇ ਅਜਵਾਇਣ। ਸ਼ਕਲ ਸੂਰਤ ਸਵਾਦ ਤੋਂ ਸਾਰੇ ਆ। ਇਹਨਾਂ ਦਾ ਰਸ, ਗੁਣ, ਵੀਰਿਆ, ਵਿਪਾਕ, ਇਹਨਾਂ ਦੀ ਖੁਸ਼ਬੂ, ਇਹਨਾਂ ਦਾ ਸਵਾਦ, ਇਹਨਾਂ ਦਾ ਰੰਗ ਔਰ ਇਹਨਾਂ ਦੀ ਓਡੋਰ, ਇਹ ਸਾਰੀਆਂ ਸੇਮ ਨੇ, ਇੱਕੋ ਫੈਮਿਲੀ ਹੈ। ਜਿਵੇਂ ਤ੍ਰਿਫਲਾ ਹੈ, ਜਿਵੇਂ ਤ੍ਰਿਕਟੂ ਆ, ਉਸੇ ਤਰੀਕੇ ਦੇ ਨਾਲ ਚਵਰਕਾ ਆ। ਇਹਨੂੰ ਤੁਸੀਂ ਫਰਮੈਂਟੇਸ਼ਨ ਕਰਕੇ, ਇਹਨੂੰ ਸਟੀਮ ਕਰਕੇ, ਇਹਦੀ ਸਟੀਮ ਬਣਾ ਕੇ ਉਹ ਚਵਰਕਾ ਤੁਹਾਡਾ ਬਣ ਗਿਆ। ਨਹੀਂ ਚਵਰਕਾ ਬਣਦਾ, ਇਹਨੂੰ ਕੁਝ ਨਹੀਂ, ਘੋਟ ਕੇ ਫੱਕਾ ਮਾਰੋ, ਉਤੋਂ ਗਰਮ ਪਾਣੀ ਪੀ ਲਓ, ਚਵਰਕਾ ਕੰਮ ਕਰੇਗਾ। ਕਿਸੇ ਨੂੰ ਬਣਾਉਣਾ ਔਖਾ ਲੱਗਦਾ ਹੈ। ਚਵਰਕਾ ਤਾਂ ਪੁਰਾਣੇ ਸਮਿਆਂ 'ਚ ਸਾਨੂੰ ਹੱਟੀਆਂ ਤੋਂ ਮਿਲਦਾ ਹੁੰਦਾ ਸੀ। ਉਸ ਵੇਲੇ ਹੱਟੀਆਂ ਹੁੰਦੀਆਂ ਸੀ, ਦੁਕਾਨਾਂ ਨਹੀਂ ਸੀ ਹੁੰਦੀਆਂ। ਲੇਕਿਨ ਇਸ ਵੇਲੇ ਤਾਂ ਅਸੀਂ ਕੁਛ ਨਾ ਮਿਲੇ, ਸਾਨੂੰ ਇਹਨਾਂ 4 ਚੀਜ਼ਾਂ ਨੂੰ ਘੋਟ ਕੇ ਚਮਚ ਦੇ ਨਾਲ ਫੱਕਾ ਮਾਰ ਕੇ ਗਰਮ ਪਾਣੀ ਪੀ ਲਓ, ਇਹਨੇ ਕੰਮ ਕਰਨਾ। ਬਿਲਕੁਲ ਜੀ। ਇਹ ਜਿਹੜਾ ਚਵਰਕਾ ਹੈ, ਇਹ ਤੁਸੀਂ ਦੱਸਿਆ ਕਿ ਵੀ ਬਚਪਨ ਤੋਂ ਲੈ ਕੇ 2 ਮਹੀਨੇ ਦੇ ਜਵਾਕ ਤੋਂ ਲੈ ਕੇ ਤੇ ਬਾਪੂ ਤੱਕ ਦੀ ਜਿਹੜੀ ਕੋਈ ਪੇਟ ਨਾਲ ਸੰਬੰਧਿਤ ਮੁਸ਼ਕਲਾਂ ਨੇ, ਉਹਦੇ 'ਚ ਕੰਮ ਆਉਂਦਾ ਜਾਂ ਹੋਰ ਵੀ ਕਿਤੇ ਜੀ? ਯੈਸ, ਪਹਿਲੇ ਨੰਬਰ ਤੇ ਪੇਟ ਨਾਲ ਸੰਬੰਧਿਤ ਹੈ। ਤੁਸੀਂ ਦੇਖਿਆ ਹੋਣਾ ਆ, ਬਾਜ਼ਾਰਾਂ ਦੇ ਵਿੱਚ ਵੀ ਉਹ ਵੱਡਾ ਸਾਰਾ ਘੜਾ ਰੱਖਿਆ ਹੁੰਦਾ ਹੈ। ਜ਼ੀਰਾ ਉਹ ਪਾਉਂਦੇ ਹੀ ਨਹੀਂ, ਉਹਨੇ ਐਵੇਂ ਲਾਲ ਮਿਰਚ ਤੇ ਇਮਲੀ ਪਾਈ ਹੁੰਦੀ ਹੈ। ਲੇਕਿਨ ਜਲ ਜ਼ੀਰਾ ਜਿਹੜਾ ਹੈ ਲਫ਼ਜ਼ ਅੱਜ ਵੀ ਬੜਾ ਮਸ਼ਹੂਰ ਹੈ ਜੀ। ਸੋ ਜੀਰੇ ਨੂੰ ਤੁਸੀਂ ਘੋਟ ਕੇ ਅਗਰ ਜਲ ਦੇ ਨਾਲ ਉਹਦਾ ਸੇਵਨ ਕਰਦੇ ਹੋ, ਉਹ ਆਪਣੇ ਆਪ ਦੇ ਵਿੱਚ ਇੱਕ ਪਰਫੈਕਟ ਡਾਈਜੈਸਟਿਵ ਐਂਜ਼ਾਈਮਸ ਹੈ, ਜਿਹਦੇ ਅੱਜ ਐਂਜ਼ਾਈਮ ਕੰਮ ਕਰਦੇ ਨੇ, ਡਾਈਜੈਸਟਿਵ ਐਂਜ਼ਾਈਮ ਕੰਮ ਕਰਦੇ ਨੇ। ਉਹਦੇ ਭੋਜਨ ਦਾ ਮੈਟਾਬੋਲਿਜ਼ਮ, ਉਹਦਾ ਹਾਜ਼ਮਾ ਦਰੁਸਤ ਹੈ। ਜਿਹਦਾ ਹਾਜ਼ਮਾ ਦਰੁਸਤ ਹੈ, ਉਹਦਾ ਬਾਡੀ ਦਾ ਮੈਟਾਬੋਲਿਜ਼ਮ ਠੀਕ ਹੈ। ਜਿਹਦਾ ਬਾਡੀ ਦਾ ਮੈਟਾਬੋਲਿਜ਼ਮ ਠੀਕ ਹੈ, ਉਹ ਕਦੇ ਬਿਮਾਰ ਨਹੀਂ ਹੋ ਸਕਦਾ, ਕੋਈ ਡੈਫੀਸ਼ੀਐਂਸੀ ਸਿੰਡਰਮ ਨਹੀਂ ਹੋ ਸਕਦਾ, ਕਿਸੇ ਕਿਸਮ ਦੀ ਉਹਨੂੰ ਕੋਈ ਘਾਟ ਨਹੀਂ ਆ ਸਕਦੀ। ਸੋ ਹਾਜ਼ਮਾ ਦਰੁਸਤ ਰੱਖਣਾ ਇਸ ਵੇਲੇ ਸਾਡੇ ਕੋਲ ਪ੍ਰਾਈਮ ਇੰਪੋਰਟੈਂਸ ਹੈ। ਬਿਲਕੁਲ। ਅੱਛਾ, ਹੁਣ ਇੱਕ ਚੀਜ਼ ਦੱਸਿਓ ਡਾਕਟਰ ਸਾਹਿਬ, ਇਹਦੇ 'ਚ ਨਾ ਇਹ ਬੜਾ ਅੱਜ ਕੱਲ੍ਹ ਚੱਕਰ ਹੈ, ਕਰੋਨੇ ਦਾ ਕਰਕੇ ਤਾਂ ਚਲੋ ਖੈਰ ਹੈਗਾ ਹੀ ਹੈਗਾ, ਇਸ ਤੋਂ ਇਲਾਵਾ ਵੀ ਉਹ ਜੇ ਕੋਈ ਗਰਮ ਚੀਜ਼ ਖਾ ਲਈ ਤਾਂ ਗਲਾ ਪੱਕ ਜਾਣਾ, ਜੇ ਥੋੜ੍ਹਾ ਜਿਹਾ ਕੋਈ ਮਸਾਲੇਦਾਰ ਖਾਧਾ ਗਿਆ ਤਾਂ ਪੱਕ ਜਾਣਾ, ਜਾਂ ਕਈਆਂ ਨੂੰ ਇਹ ਵੀ ਹੁੰਦਾ ਵੀ ਕੋਈ ਅੱਜ ਕੱਲ੍ਹ ਐਲਰਜੀ ਵਾਲਾ ਕੰਮ ਬੜਾ ਚੱਲ ਪਿਆ ਵੀ ਪਤਾ ਨਹੀਂ ਮੈਨੂੰ ਇਸ ਚੀਜ਼ ਤੋਂ ਐਲਰਜੀ ਹੈ, ਮੈਨੂੰ ਇਸ ਚੀਜ਼ ਤੋਂ ਐਲਰਜੀ ਹੈ।
ਤੇ ਐਲਰਜੀ ਘੁੰਮਦੀ ਘੁਮਾਉਂਦੀ ਮੁੜ ਕੇ ਜ਼ੁਕਾਮ ਹੋ ਜਾਂਦੀ ਹੈ। ਤੇ ਅੱਜ ਕੱਲ੍ਹ ਕਿਸੇ ਨੂੰ ਜ਼ੁਕਾਮ ਐਲਰਜੀ ਹੋਵੇ ਤੇ ਉਹਨੂੰ ਤਾਂ ਵੈਸੇ ਹੀ ਕਰੋਨਾ ਬਣਾ ਦਿੰਦੇ ਆ। ਇਹ ਸਾਰੀਆਂ ਚੀਜ਼ਾਂ ਕੀ ਇਹ ਕਿਤੇ ਨਾ ਕਿਤੇ ਇਸ ਚੀਜ਼ ਦਾ ਕਾਰਨ ਬਣਦੀਆਂ ਨੇ ਜਾਂ ਇਲਾਜ ਬਣਦੀਆਂ ਨੇ? ਵਹਿਮ ਵੀ ਕੱਢ ਹੀ ਦਿਓ ਨਾਲ ਨਾਲ। ਇਹ ਤੁਸੀਂ ਬੜਾ ਟਾਈਮਲੀ ਕੁਐਸਚਨ ਰੇਜ਼ ਕਰ ਦਿੱਤਾ। ਇਹਦੀ ਗੱਲ ਪਹਿਲਾਂ ਵੀ ਹੋ ਜਾਣੀ ਚਾਹੀਦੀ ਸੀਗੀ। ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਕਰੋਨਾ ਦੀ ਦ੍ਰਿਸ਼ਟੀ ਤੋਂ ਜੀ, ਹਰ ਕਿਸੇ ਨੂੰ ਢੇਰ ਸਾਰੀਆਂ ਦਵਾਈਆਂ ਖਾਣੀਆਂ ਪੈ ਰਹੀਆਂ ਨੇ, ਭਾਵੇਂ ਉਹ ਵਾਇਰਲ ਡਿਜ਼ੀਜ਼ਸ 'ਚ ਚਾਹੀਦੀਆਂ ਜਾਂ ਨਹੀਂ ਚਾਹੀਦੀ। ਜੀ, ਚਾਹੇ ਉਹ ਸੁਣੀ ਸੁਣਾਈ ਹੋਵੇ, ਚਾਹੇ ਉਹ RMP ਬੇਸਡ ਹੋਵੇ, ਚਾਹੇ ਉਹ ਸਪੈਸ਼ਲਿਸਟ ਬੇਸਡ ਹੋਵੇ, ਅਸੀਂ ਖਾ ਹੀ ਰਹੇ ਹਾਂ ਜੀ। ਔਰ ਜਦੋਂ ਇਹ ਬੁਖਾਰ ਹੁੰਦਾ ਹੈ, ਇਹਦੇ ਨਾਲ ਸਰੀਰ ਦਾ ਐਸਿਡ ਤੇ ਅਲਕਲੀ ਦਾ ਵਜ਼ਨ ਏਡਾ ਭਿਆਨਕ ਤਰੀਕੇ ਦੇ ਨਾਲ ਟੁੱਟਦਾ ਹੈ ਕਿ ਕੋਈ ਚੀਜ਼ ਖਾਂਦੇ ਹੋ ਉਸ ਵੇਲੇ ਅੱਤ ਦਾ ਐਸਿਡ ਬੋਡੀ ਦੇ ਵਿੱਚ ਬਣਦਾ ਹੈ, ਘਬਰਾਹਟ ਹੁੰਦੀ ਹੈ, ਡਕਾਰ ਨਹੀਂ ਆਉਂਦਾ, ਉੱਠ ਉੱਠ ਕੇ ਤੁਰੇ ਫਿਰਦੇ ਆ, ਪੈਰ ਠੰਡੇ ਆ, ਤਰੇਲੀਆਂ ਆਈ ਜਾਂਦੀਆਂ, ਮੈਨੂੰ ਹੋ ਕੀ ਗਿਆ, ਮੈਂ ਤੇ ਮਰ ਹੀ ਚੱਲਿਆ। ਇਹ ਹਾਲਾਤ ਪੈਦਾ ਹੋ ਜਾਂਦੇ ਆ ਜਦੋਂ ਹਾਈਪਰ ਐਸਿਡਿਟੀ ਹੁੰਦੀ ਆ, ਤੇਜ਼ਾਬ ਦੀ ਬਹੁਤਾਤ ਹੁੰਦੀ ਹੈ ਜੀ। ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਕਹਿੰਦੇ ਆ ਕਿ ਐਸਿਡਿਟੀ ਪੈਦਾ ਕਰਨ ਵਾਲੇ ਭੋਜਨ ਤਿਆਗ ਦਿਓ। ਜਦੋਂ ਇਹਨਾਂ ਹਾਲਾਤਾਂ ਦੇ ਵਿੱਚੋਂ ਦੀ ਅਸੀਂ ਲੰਘ ਰਹੇ ਉਹ ਕਿਹੜੇ ਕਿਹੜੇ? ਚਾਹ, ਕੌਫੀ, ਹਰੀ ਮਿਰਚ, ਲਾਲ ਮਿਰਚ, ਕੱਚਾ ਲਸਣ, ਪਿਆਜ਼, ਤਲੀਆਂ ਚੀਜ਼ਾਂ ਤੇ ਮਠਿਆਈਆਂ ਜੀ, ਇਹਨਾਂ ਦਾ ਤਿਆਗ ਕਰ ਦਿਓ ਟੈਂਪਰੇਰੀਲੀ। ਪੱਕਾ ਤਿਆਗ ਨਾ ਕਰਿਓ, ਹਲਵਾਈ ਨਾਰਾਜ਼ ਹੋ ਜਾਣਗੇ। ਕੁਝ ਸਮੇਂ ਵਾਸਤੇ ਅਸੀਂ ਇਹਦਾ ਸੇਵਨ ਨਹੀਂ ਕਰਨਾ। ਇਹਦੇ ਉਲਟ ਅਸੀਂ ਕੀ ਕਰਨਾ? ਦੁੱਧ ਤੁਹਾਡੇ ਕੋਲ ਤਾਂ ਐਜ਼ ਵਾਈਟਨਰ ਯੂਜ਼ ਹੁੰਦਾ ਹੈ, ਸਾਡੇ ਕੋਲ ਇੱਥੇ ਦੁੱਧ ਸਿੱਧਾ ਵੀ ਮਿਲ ਜਾਂਦਾ ਹੈ ਜੀ। ਠੰਡਾ ਦੁੱਧ ਥੋੜਾ ਥੋੜਾ ਕਰਕੇ 30-30, 40-40 ml ਦਿਨ ਚ 5-7, 10 ਵਾਰੀ ਪੀਓ। ਐਸਿਡ ਬੈਠਾ ਰਹੇਗਾ, ਐਸਿਡ ਪਰੇਸ਼ਾਨ ਨਹੀਂ ਕਰੇ ਜੀ। ਨੰਬਰ 2, ਸੋਡੀਅਮ ਬਾਈਕਾਰਬੋਨੇਟ, ਮਿੱਠਾ ਸੋਡਾ ਜੀ, ਥੋੜਾ ਜਿਹਾ ਪਾਣੀ ਚ ਪਾ ਕੇ ਘੋਲ ਲਓ। ਜਿਹਦਾ ਸਾੜ ਪੈਂਦਾ ਹੈ, ਜਿਹਦਾ ਦਿਲ ਕੱਚਾ ਹੁੰਦਾ ਹੈ, ਜਿਹਦੀਆਂ ਉਲਟੀਆਂ ਆਉਂਦੀਆਂ, ਉਹ ਵੇਖੋ ਤੁਸੀਂ 3 ਤੋਂ 5 ਸੈਕਿੰਡ ਦੇ ਵਿੱਚ ਨਿਊਟਰਲਾਈਜ਼ ਕਰ ਦੇਗਾ। ਬਹੁਤ ਸਾਰੀਆਂ ਐਡਵਰਟਾਈਜ਼ਮੈਂਟ, ਮੈਂ ਨਾਂ ਨਹੀਂ ਲੈਣਾ, ਆ ਇਨੋ ਆ ਫਲਾਣਾ ਆ ਢੀਂਗਾ ਆ, ਕਿੰਨਾ ਕੁਝ ਅਸੀਂ ਸੋਡੀਅਮ ਬਾਈਕਾਰਬੋਨੇਟ ਵਿੱਚ ਜਾਂਦੇ ਆ ਪਾਊਚਸ ਦੇ ਵਿੱਚ ਪਾ ਕੇ ਜੀ ਜੀ ਜੀ, ਜਿਹੜਾ ਕਿ 1 ਪੈਸੇ ਦਾ ਹੁੰਦਾ, 100 ਪੈਸੇ ਦਾ ਵਿਕਦਾ। ਜਦੋਂ ਕਿਤੇ ਸਾੜ ਪੈਂਦਾ ਹੋਵੇ, ਐਸਿਡ ਜ਼ਿਆਦਾ ਹੋਵੇ, ਉਸ ਵੇਲੇ ਇਮੀਡੀਏਟਲੀ ਆਫਟਰ ਦੀ ਮੀਲਸ ਨਹੀਂ ਲੈਣਾ ਜੀ। ਖਾਣਾ ਖਾਣ ਤੋਂ 1 ਘੰਟਾ ਬਾਅਦ ਜਦੋਂ ਕਿ ਐਸਿਡ ਬਣਨਾ ਸ਼ੁਰੂ ਹੋ ਜਾਂਦਾ ਹੈ, ਜਿੱਥੇ ਵੀ ਕਿਸੇ ਦੇ ਸਾੜ ਪੈਂਦਾ ਹੈ, ਇੰਨਾ ਕੁ ਸੋਡਾ, ਕੁਆਟਰ ਸਪੂਨ ਜਿਹੜਾ ਹੈ ਜਾਂ ਅੱਧਾ ਟੀਸਪੂਨ ਜਿਹੜਾ ਆ, ਅੱਧੇ ਗਲਾਸ ਪਾਣੀ ਚ ਘੋਲ ਕੇ ਪੀ ਲਓ। 3 ਤੋਂ 5 ਸੈਕਿੰਡ ਦੇ ਵਿੱਚ ਤੁਹਾਡਾ ਸਾਰਾ ਸ਼ਾਂਤ ਹੋ ਜਾਏਗਾ। ਏਡਾ ਜ਼ਬਰਦਸਤ ਐਲਕਲਾਈਜ਼ਰ ਹੈ। ਸੋ ਇਹ ਜਦੋਂ ਕਿਤੇ ਇਹੋ ਜਿਹੀਆਂ ਗੰਭੀਰ ਸਿਚੁਏਸ਼ਨਸ ਬਣ ਜਾਂਦੀਆਂ, ਤੁਸੀਂ ਡਾਕਟਰ ਕੋਲ ਪਹੁੰਚ ਨਹੀਂ ਕਰ ਸਕਦੇ। ਇਹਨਾਂ ਦਿਨਾਂ ਦੇ ਵਿੱਚ ਹੈਲਥ ਸਰਵਿਸਿਜ਼ ਬਿਜ਼ੀ ਬਹੁਤ ਨੇ। ਤੁਸੀਂ ਘਰੋਂ ਆਪਣੇ ਆਪ 'ਚ ਕਿਵੇਂ ਉਪਚਾਰ ਕਰ ਲੈਣਾ, ਜ਼ਰੂਰ ਇਹ ਫਾਇਦਾ ਉਠਾ ਲੈਣਾ। ਪਰ ਇੱਕ ਚੀਜ਼ ਦਾ ਖਿਆਲ ਰੱਖਣਾ, ਜਦੋਂ ਸੋਡਾ ਇੱਕਦਮ ਰੋਟੀ ਖਾਣ ਤੋਂ ਬਾਅਦ ਨਹੀਂ ਲੈਣਾ, ਕਿਉਂਕਿ ਡਕਾਰ ਆਉਣੇ, ਕਿਸੇ ਵੇਲੇ ਉਲਟੀ ਵੀ ਆ ਸਕਦੀ ਹੈ। ਸੋ ਇਸ ਕਰਕੇ 1 ਘੰਟਾ ਬਾਅਦ 'ਚ ਲੈ ਲਓ, ਸਾਰਾ ਕੁਝ ਸ਼ਾਂਤ ਹੋ ਜਾਏਗਾ। ਸੋ ਅਲਕਲੀ ਜਿਹੜੀ ਆ, ਐਸਿਡ ਤੇ ਜਿਨ੍ਹਾਂ ਦੇ ਵਿੱਚ ਸੈਲਡਸ ਦਾ ਤੇ ਫਰੂਟਸ ਦਾ ਬਹੁਤ ਵੱਡਾ ਯੋਗਦਾਨ ਆ। ਸੋ ਜਿਨ੍ਹਾਂ ਦੇ ਕੋਲ ਐਸਿਡਿਟੀ ਵਧੀ ਹੋਈ ਹੈ, ਉਹਨਾਂ ਨੇ ਠੰਡੇ ਦੁੱਧ ਦੀ ਵਰਤੋਂ ਕਰਨੀ ਹੈ। ਉਹਨਾਂ ਨੇ ਕਦੀ ਕਦੀ ਸੋਡੀਅਮ ਬਾਈਕਾਰਬੋਨੇਟ ਲੈ ਲੈਣਾ ਹੈ। ਜ਼ਿਆਦਾ ਉਹਨਾਂ ਨੇ ਸੈਲਡਸ, ਖਾਣਾ ਖਾਣ ਤੋਂ ਪਹਿਲਾਂ ਸੈਲਡ ਦੀ ਜ਼ਰੂਰ ਵਰਤੋਂ ਕਰੋ। ਖਾਣਾ ਖਾਣ ਤੋਂ ਬਾਅਦ 5 ਕਿਸਮ ਦੇ ਫਲ, ਭਾਵੇਂ ਇੰਨੇ ਖਾਓ, ਜ਼ਰੂਰ ਖਾਓ। ਗਰੀਬ ਮੁਲਕਾਂ ਦੇ ਵਿੱਚ ਸਾਡੇ ਕੋਲ ਸੈਲਡ ਫਲ ਖਾਣ ਦੀ ਹਿੰਮਤ ਨਹੀਂ ਹੈ, ਪਰ ਜਿੱਥੇ ਕਿਤੇ ਰਿਸੋਰਸਫੁਲ ਲੋਕ ਹੈਗੇ ਨੇ, ਉਹ ਜ਼ਰੂਰ ਕਰੋ, ਤਾਂ ਕਿ ਐਸਿਡ ਤੇ ਅਲਕਲੀ ਦੇ ਤਵਾਜ਼ਨ ਤੋਂ ਅਸੀਂ ਪਰੇਸ਼ਾਨ ਨਾ ਹੋਈਏ। ਐਸਿਡ ਤੇ ਅਲਕਲੀ ਇਸ ਵੇਲੇ 90% ਬਿਮਾਰੀਆਂ ਦੁਨੀਆ ਭਰ ਦੇ ਵਿੱਚ, ਮੈਂ ਰੋਜ਼ ਨਿਊਜ਼ੀਲੈਂਡ ਤੋਂ ਲੈ ਕੇ ਤੁਹਾਡੇ ਕੋਲ ਵੈਨਕੂਵਰ ਕੈਲੀਫੋਰਨੀਆ ਤੱਕ ਰੋਜ਼ ਵਿਚਰਦਾ, 90% ਬਿਮਾਰੀਆਂ ਜਿਹੜੀਆਂ ਉਹ ਐਸਿਡ ਤੇ ਅਲਕਲੀ ਦਾ ਤਵਾਜ਼ਨ ਟੁੱਟੇ ਹੋਣ ਕਰਕੇ, ਬੈਲੈਂਸ ਟੁੱਟੇ ਹੋਣ ਕਰਕੇ
हाइपर एसिडिटी हो गई, एसिडोसिस हो गया, फला हो गया, सूजन हो गया, न्यूरोमस्कुलर पेन्स हो रही हैं, घबराहट हो रही है, माइग्रेन हो रही है, ਤੁਹਾਡੇ ਕੋਲ ਜਿੰਨੀਆਂ ਵੀ ਦਰਦਾਂ ਨੇ ਉਹ ਤੁਹਾਨੂੰ ਆ ਕੇ ਘੇਰ ਲੈਂਦੀਆਂ ਜਦੋਂ ਤਜ਼ਾਬ ਦੇ ਵਸ ਪੈ ਜਾਂਦਾ। ਸੋ ਇਸ ਕਰਕੇ ਪ੍ਰੀਵੈਂਟਿਵ ਜਿਹੜਾ ਆ ਉਹ ਤੁਹਾਡਾ ਭੋਜਨ ਹੈ ਕਿ ਹਰੀ ਮਿਰਚ, ਲਾਲ ਮਿਰਚ, ਕੱਚਾ ਲਸਣ, ਪਿਆਜ਼, ਚਾਹ, ਕਾਫੀ ਤਿਆਗ ਦਿਓ, ਇਹ ਪ੍ਰੀਵੈਂਸ਼ਨ ਹੈ। ਤੁਸੀਂ ਲੈਟ ਯੂਅਰ ਫੂਡ ਬੀ ਯੂਅਰ ਮੈਡੀਸਨ। ਚ ਦੋ ਹੀ ਚੀਜ਼ਾਂ ਮੈਂ ਦੱਸੀਆਂ ਕਿ ਤੁਸੀਂ ਠੰਡਾ ਦੁੱਧ ਪੀਂਦੇ ਰਹੋ, ਸ਼ਾਂਤ ਹੋ ਜਾਏਗਾ। ਤੁਸੀਂ ਬਹੁਤ ਅਗਰ ਵਰਸਟ ਕੰਡੀਸ਼ਨ ਹੋ ਗਈ ਤੇ ਮਿੱਠਾ ਸੋਡਾ ਲੈ ਲਓ, ਥੋੜਾ ਜਿਹਾ ਤੁਹਾਨੂੰ ਸ਼ਾਂਤ ਕਰ ਦੇਗਾ। ਸੋ ਇਹਨਾਂ ਚੀਜ਼ਾਂ ਦੀ ਅਗਰ ਅਸੀਂ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਈਏ ਤੇ ਅਸੀਂ ਬਹੁਤ ਸਾਰੀਆਂ ਭਿਆਨਕ ਸਟੇਜਸ 'ਚ ਜਾਣ ਤੋਂ ਬਚ ਸਕਦੇ। ਡਾਕਟਰ ਸਾਹਿਬ, ਆ ਕੱਚਾ ਲਸਣ ਖਾਣ ਵਾਲਾ ਇੱਕ ਟੋਟਕਾ ਜਿਹਾ ਬੜਾ ਮਸ਼ਹੂਰ ਹੈ, ਕਈ ਬੰਦੇ ਖਾਂਦੇ ਵੀ ਨੇ। ਉਹ ਕਹਿੰਦੇ ਜੀ ਜੇ ਕੋਲੇਸਟਰੋਲ ਵੱਧਦਾ, ਤੁਹਾਡੇ ਜੇ ਦਿਲ ਦੀ ਪ੍ਰੋਬਲਮ ਹੈ, ਕੋਈ ਹਾਰਟ ਦੀ ਪ੍ਰੋਬਲਮ ਹੈ, ਤੇ ਉਹਦੇ ਲਈ ਤੁਸੀਂ ਕੱਚਾ ਲਸਣ ਖਾ ਲਓ ਜੀ ਸਵੇਰੇ। ਉਹ ਕੱਚਾ ਲਸਣ ਪਾਣੀ ਨਾਲ ਖਾਣਾ, ਤੁਸੀਂ ਜਿੱਦਾਂ ਕਹਿੰਦੇ ਵੀ ਕੱਚਾ ਲਸਣ ਨਹੀਂ ਖਾਣਾ ਚਾਹੀਦਾ, ਫਿਰ ਐਸਿਡ ਉਸਿਡ ਬਣਦਾ, ਤੇ ਉਹ ਉੱਥੇ ਕੰਮ ਕਰਦਾ ਕਿ ਨਹੀਂ ਕਰਦਾ ਜੀ? ਉਹ ਜਿਨ੍ਹਾਂ ਕੇਸਿਸ ਦੇ ਵਿੱਚ ਹਾਈਪਰ ਐਸਿਡਿਟੀ ਹੈ, ਐਸਿਡੋਸਿਸ ਹੈ, ਤੇਜ਼ਾਬ ਜ਼ਿਆਦਾ ਬਣਦਾ, ਸਾਰੇ ਲੋਕਾਂ 'ਚ ਤੇਜ਼ਾਬ ਜ਼ਿਆਦਾ ਨਹੀਂ ਬਣਦਾ, ਉੱਥੇ ਸਾਨੂੰ ਲਸਣ ਦੇ ਬਰੀਕ ਬਰੀਕ ਸਲਾਈਸਿਸ ਕੱਟ ਕੇ ਉਹਦੀ ਜ਼ਰੂਰ ਵਰਤੋਂ ਕਰਨੀ ਚਾਹੀਦੀ ਹੈ। ਪਰ ਉਹਦੇ ਖਾਣ ਦਾ ਤਰੀਕਾ, ਲਸਣ ਨੂੰ ਖਾਣ ਦੇ 47 ਤਰੀਕੇ ਨੇ। ਅੱਛਾ ਜੀ, 47? ਸਭ ਤੋਂ ਸੌਖਾ ਤਰੀਕਾ ਆ ਕਿ ਉਹਦੇ ਬਰੀਕ ਬਰੀਕ ਸਲਾਈਸਿਸ ਕੱਟ ਲਓ, ਲੇਕਿਨ ਖਾਲੀ ਪੇਟ ਨਾ ਲਓ। ਅੱਛਾ ਜੀ, ਐਮਪਟੀ ਸਟੋਮਕ ਨਾ ਲਓ। ਉਹਨੂੰ ਖਾਣੇ ਦੇ ਦਰਮਿਆਨ ਅੱਧਾ ਖਾਣਾ ਖਾ ਲਿਆ, ਫੱਕਾ ਮਾਰੋ ਸਲਾਈਸਿਸ ਦਾ, ਉਸ ਤੋਂ ਬਾਅਦ ਪਾਣੀ ਪੀ ਲਓ। ਇਹ ਖਾਣ ਦਾ ਸੌਖਾ ਤਰੀਕਾ ਹੈ। ਸੋ ਲਸਣ ਖਾਣਾ ਹੋਵੇ ਤਾਂ ਉਹਨੂੰ ਸਿਰਕੇ 'ਚ ਭਿਉਂ ਕੇ ਰੱਖ ਲਓ, ਬਹੁਤ ਵਧੀਆ ਹੈ। ਉਹਨੂੰ ਬੋਇਲ ਕਰ ਲਓ, ਉਹਨੂੰ ਬੇਕ ਕਰ ਲਓ, ਉਹਨੂੰ ਕੁੱਕ ਕਰ ਲਓ, ਲਸਣ ਦੀ ਖੀਰ ਬਣਾ ਲਓ। ਇਹਦੇ ਬਹੁਤ ਸਾਰੇ ਤਰੀਕੇ ਨੇ, ਕਿਉਂਕਿ ਕਾਫੀ ਲੋਕਾਂ ਨੂੰ ਲਸਣ ਕਿਸੇ ਵੇਲੇ ਸੂਟ ਨਹੀਂ ਕਰਦਾ, ਐਸਿਡਿਟੀ ਕਰਦਾ। ਸੋ ਇਹਦਾ ਸਮਾਂ ਅਨੁਪਾਨ ਕੀ ਆ? ਖਾਣੇ ਦੇ ਇਨ ਬਿਟਵੀਨ। ਅੱਛਾ ਜੀ, ਤਾਂ ਕਿ ਉਹਦੀ ਜਿਹੜੀ ਵੋਲੈਟਿਲਿਟੀ ਆ, ਐਸਿਡ ਬਣਾਉਣ ਦੀ ਸਮਰੱਥਾ ਆ, ਉਹ ਡਾਇਲਿਊਟ ਹੋ ਜਾਂਦੀ ਹੈ ਜਦੋਂ ਅਸੀਂ ਖਾਣੇ ਦੇ ਦਰਮਿਆਨ ਲੈਂਦੇ ਹਾਂ। ਸੋ ਇਸ ਕਰਕੇ ਜਿਨ੍ਹਾਂ ਦਾ ਕੋਲੇਸਟ੍ਰੋਲ ਵਧਿਆ ਰਹਿੰਦਾ ਆ, ਜਿਨ੍ਹਾਂ ਦਾ ਲਿਪਿਡ ਪ੍ਰੋਫਾਈਲ ਠੀਕ ਨਹੀਂ ਹੈ, ਜਿਨ੍ਹਾਂ ਦਾ ਗੁੱਡ ਕੋਲੇਸਟ੍ਰੋਲ ਹੈ ਜਿਹੜਾ ਉਹ ਘਟਿਆ ਹੋਇਆ ਆ, ਬੈਡ ਵਧਿਆ ਹੋਇਆ, ਉਹਨਾਂ ਸਾਰਿਆਂ ਵਾਸਤੇ ਬਹੁਤ ਹੀ ਮੁਫੀਦ ਹੈ ਲਸਣ। ਉਹਨਾਂ ਨੂੰ ਇਸ ਤਰੀਕੇ ਦੇ ਨਾਲ ਵਰਤੋਂ ਕਰਨੀ ਚਾਹੀਦੀ ਹੈ। ਪਰ ਜੇ ਕਿਤੇ ਐਸਿਡਿਟੀ ਜ਼ਿਆਦਾ ਵਧੀ ਹੋਵੇ ਤੇ ਕੁਝ ਦਿਨ ਵਾਸਤੇ ਬ੍ਰੇਕ ਪਾ ਦੇਣੀ ਚਾਹੀਦੀ ਹੈ, ਕੋਈ ਹਰਜ ਨਹੀਂ। ਮਤਲਬ ਤੁਸੀਂ ਇਹ ਕਿਹਾ ਵੀ ਨਿਰਣੇ ਕਾਲ 'ਚ ਨਹੀਂ ਖਾਣਾ, ਜੇ ਖਾਣਾ ਤਾਂ ਤੁਸੀਂ ਉਹਨੂੰ ਖਾਣੇ ਦੇ ਦੌਰਾਨ ਖਾ ਲਓ ਜੀ। ਚਲੋ, ਉਹਦੀ ਵੋਲੈਟਿਲਿਟੀ ਹੈ, ਬਹੁਤ ਤਿੱਖਾ ਹੁੰਦਾ, ਲੱਗਦਾ ਜੀ ਹੈ। ਜੀ ਜੀ ਜੀ, ਉਹਦੀ ਵੋਲੈਟਿਲਿਟੀ ਨੂੰ ਡਾਇਲਿਊਟ ਕਰਨ ਵਾਸਤੇ ਇਨ ਬਿਟਵੀਨ ਦੀ ਮੀਲਸ ਲੈ ਲਈ। ਬਿਲਕੁਲ ਜੀ। ਡਾਕਟਰ ਸਾਹਿਬ, ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਉੱਥੇ ਫਿਰ ਆ ਜਾਈਏ ਇੱਕ ਵਾਰ। ਵੀ ਹੁਣ ਇਸ ਵਕਤ ਜੇ ਪ੍ਰੀਵੈਂਟਿਵ ਮੈਜਰਸ ਤੁਸੀਂ ਜਿਹੜੇ ਸਮਝਾਏ ਨੇ, ਉਹਨਾਂ ਨੂੰ ਇੱਕ ਵਾਰ ਫਿਰ ਤੋਂ ਮਾੜਾ ਜਿਹਾ ਕੋਟ ਕਰਕੇ, ਤੇ ਆਪਾਂ ਇਹੋ ਜਿਹੇ ਖੰਘ ਜ਼ੁਕਾਮ ਹੋਰ ਜਿਹੜੀਆਂ ਇਹੋ ਜਿਹੀਆਂ ਛੂਆ ਛਾਤ ਵਾਲੀਆਂ ਬਿਮਾਰੀਆਂ ਨੇ, ਜਿਹੜੀਆਂ ਵੇਲੇ ਕੋਲੇ ਕੋਈ ਕਿਸੇ ਨੂੰ ਇਹਨੂੰ ਕੋਈ ਫਲੂ ਕਹਿ ਦਿੰਦਾ ਤੇ ਕੋਈ ਕਰੋਨਾ ਵਾਇਰਸ ਕਹਿ ਦਿੰਦਾ, ਇਹ ਤੋਂ ਆਪਾਂ ਬਚ ਸਕਦੇ ਹਾਂ। ਆਖਰੀ ਸਮੇਂ ਦੇ ਵਿੱਚ ਮੈਂ ਚਾਹੁੰਦਾ ਇੱਕ ਵਾਰ ਆਪਾਂ ਫਿਰ ਜ਼ਿਕਰ ਕਰ ਲਈਏ ਤਾਂ ਜੋ ਜਿਹੜੇ ਕੋਈ ਬੰਦੇ ਬਾਅਦ ਜੁੜੇ ਹੋਣ ਉਹਨਾਂ ਨੂੰ ਪਤਾ ਲੱਗ ਜਾਵੇ। ਇੱਕ ਤੇ ਮੈਂ ਇਹ ਗੱਲ ਸ਼ੁਰੂ ਕੀਤੀ ਸੀ ਕਿ ਬਚਾਓ ਵਿੱਚ ਹੀ ਬਚਾਓ ਆ, ਪਰਹੇਜ਼ ਅੱਧਾ ਇਲਾਜ ਹੁੰਦਾ ਆ, ਜਾਂ ਇਲਾਜ ਨਾਲੋਂ ਪਰਹੇਜ਼ ਚੰਗਾ ਆ। ਇਸ ਵਾਇਰਲ ਡਿਜ਼ੀਜ਼ ਦੇ ਵਿੱਚ ਇਹੀ ਸਿਧਾਂਤ ਕੰਮ ਕਰ ਰਹੇ ਨੇ, ਦਵਾਈਆਂ ਕੰਮ ਨਹੀਂ ਕਰ ਰਹੀਆਂ, ਸਿਰਫ ਤੇ ਸਿਰਫ ਟੀਕਾ ਕੰਮ ਕਰ ਰਿਹਾ। ਜੀ ਜੀ, ਉਹਦੇ ਵਿੱਚ ਜਦੋਂ ਅਸੀਂ ਖਾਣ ਪੀਣ ਦੀ ਗੱਲ ਕਰਦੇ ਹਾਂ ਤੇ ਮੈਂ ਕਿਹਾ ਸੀ ਕਿ ਜ਼ਿਆਦਾ ਠੰਡੀਆਂ ਚਿਲਡ ਚੀਜ਼ਾਂ ਦਾ ਤਿਆਗ ਕਰ ਦਿਓ, 2-4 ਮਹੀਨੇ 6 ਹੋਰ ਲੱਗਣਗੇ, ਤਿਆਗ ਕਰ ਦਿਓ। ਹੌਟ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ, ਗਰਮ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਟੈਂਪਰੇਚਰ ਵਾਈਜ਼। ਨੰਬਰ 2 ਮੈਂ ਕਿਹਾ ਸੀ ਜਿਨ੍ਹਾਂ ਚੀਜ਼ਾਂ ਦੀ ਤਸੀਰ ਗਰਮ ਹੈ ਉਹਨਾਂ ਦੀ ਸਾਨੂੰ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ, ਜਿਹਦੇ ਵਿੱਚ ਮੈਂ ਤ੍ਰਿਕਟੂ ਦਾ ਜ਼ਿਕਰ ਕੀਤਾ ਸੀ। ਕਾਲੀ ਮਿਰਚ, ਮਗਾਂ ਤੇ ਸੁੰਡ ਦਾ ਪਾਊਡਰ ਮੁਨੱਕੇ ਦੇ ਵਿੱਚ ਮੈਸ਼ ਕਰਕੇ ਗੋਲੀਆਂ ਬਣਾ ਕੇ ਸਵੇਰੇ ਸ਼ਾਮ ਵਰਤਣਾ ਚਾਹੀਦਾ ਹੈ ਜੀ। ਨਾਲ ਮੈਂ ਹਲਦੀ ਦਾ ਜ਼ਿਕਰ ਕੀਤਾ ਸੀ, ਜਿਹੜੀ ਕਿ ਅੱਜ ਤੋਂ ਨਹੀਂ ਮੁੱਢ ਕਦੀਮ ਤੋਂ ਪ੍ਰੂਵਨ ਐਂਟੀਬਾਇਓਟਿਕ, ਐਂਟੀ ਅਲਰਜਿਕ, ਐਂਟੀਸੈਪਟਿਕ, ਐਂਟੀ ਇਨਫਲੇਮੇਟਰੀ, ਐਂਟੀ ਕੈਂਸਰ ਐਂਡ ਵਟ ਨਾਟ। ਹਲਦੀ ਦੇ ਇੰਨੇ ਗੁਣ ਨੇ। ਸੋ ਹਲਦੀ ਸਾਨੂੰ ਜ਼ਰੂਰ ਅੱਧਾ ਚਮਚ ਸਵੇਰੇ ਸ਼ਾਮ ਗਰਮ ਦੁੱਧ ਚ ਮਿਲਾ ਕੇ ਲੈ ਲੈਣੀ ਚਾਹੀਦੀ ਹੈ।
ਔਰ ਮੈਂ ਇੱਕ ਰੱਬ ਦਾ ਦਿੱਤਾ ਹੋਇਆ ਸਟੀਰੋਇਡ ਦਾ ਜ਼ਿਕਰ ਕੀਤਾ ਸੀ, ਮੁਲੱਠੀ। ਜੀ ਮੁਲੱਠੀ ਦਾ ਕਾੜਾ ਡਿਕੌਕਸ਼ਨ ਸਵੇਰੇ ਸ਼ਾਮ ਸਾਨੂੰ ਜ਼ਰੂਰ ਪੀਣਾ ਚਾਹੀਦਾ ਹੈ। ਪੱਤੀ ਵਾਲੀ ਜਿਹੜੀ ਚਾਹ ਆਪਾਂ ਪੀਂਦੇ ਆ, ਅਮਲੀਆਂ ਵਾਲੀ ਜਿਹੜੀ ਆ, ਉਹਦਾ ਤਿਆਗ ਕਰ ਦਈਏ, ਤੇ ਜੇ ਅਸੀਂ ਮੁਲੱਠੀ ਵਾਲਾ ਕਾੜਾ ਬਣਾ ਕੇ ਪੀਣਾ ਸ਼ੁਰੂ ਕਰ ਦਈਏ ਤੇ ਉਹਦੇ ਨਾਲ ਖੰਘ, ਖਾਂਸੀ, ਜ਼ੁਕਾਮ, ਗਲੇ ਦੇ ਨਾਲ ਸੰਬੰਧਿਤ, ਚਾਹੇ ਉਹ ਸੋਰ ਥਰੋਟ ਹੋਵੇ, ਚਾਹੇ ਉਹ ਗਲੇ 'ਚ ਇਰੀਟੇਸ਼ਨ ਹੋਵੇ, ਤੁਸੀਂ ਦੇਖੋਗੇ ਕਿ ਕਾੜਾ ਲੈਣ ਤੋਂ 5 ਮਿੰਟਾਂ ਬਾਅਦ ਤੁਹਾਨੂੰ ਰਿਲੀਫ ਮਿਲ ਗਿਆ ਆ। ਇੱਥੇ ਹੀ ਬਸ ਨਹੀਂ, ਜੇ ਕਿਤੇ ਛਾਤੀ ਦੇ ਵਿੱਚ ਬਲਗਮ ਦੀ ਅਵਸਥਾ ਹੈ, ਉੱਥੇ ਵੀ ਕੰਮ ਕਰੋ। ਜੇ ਕਿਤੇ ਮੱਥੇ ਤੋਂ, ਸਿਰ ਤੋਂ ਨਜ਼ਲਾ ਗਲੇ 'ਚ ਡਿੱਗਦਾ, ਜਿਹਨੂੰ ਸਾਈਨੋਸਾਈਟਿਸ ਕਹਿੰਦੇ ਆ, ਉੱਥੇ ਵੀ ਬਹੁਤ ਅੱਛਾ ਕੰਮ ਕਰੋ। ਸੋ ਇਸ ਕਰਕੇ ਤ੍ਰਿਕਟੂ, ਹਲਦੀ, ਮੁਲੱਠੀ ਇਹ ਬਹੁਤ ਹੀ ਮੁਫੀਦ ਨੇ, ਚਾਹੇ ਉਹ ਕਿਸੇ ਵੀ ਕਿਸਮ ਦਾ ਕੋਲਡ ਹੋਵੇ, ਚਾਹੇ ਉਹ ਬੈਡ ਕੋਲਡ ਹੋਵੇ, ਚਾਹੇ ਉਹ ਵਰਸਟ ਕੋਲਡ ਹੋਵੇ। ਬਿਲਕੁਲ। ਜਿਹੜਾ ਤੁਸੀਂ ਉਹ ਪੁਰਾਣਾ ਆਪਣਾ ਦੱਸਿਆ ਸੀ ਕਿ 5000 ਪੁਰਾਣੀਆਂ 5000 ਸਾਲ ਪੁਰਾਣੀਆਂ ਆਪਣੀਆਂ ਉਹ ਮਾਨਤਾਵਾਂ ਨੇ, ਉਹਨਾਂ ਵਾਲੇ ਪਾਸੇ ਵੀ ਆਉਣਾ ਚਾਹੀਦਾ ਵੀ ਦੂਰੋਂ ਸਤਿ ਸ਼੍ਰੀ ਅਕਾਲ ਬੁਲਾ ਲਈ, ਨਮਸਕਾਰ ਕਰ ਲਈ, ਜਾਂ ਆਪਾਂ ਜੇ ਕਿਸੇ ਦਾ ਕੋਈ ਹੱਥ ਪੈਰ ਲੱਗਿਆ ਜਾਂ ਕਿਸੇ ਦਾ ਜੂਠ ਮੀਠ ਹੈ ਤਾਂ ਉਹ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰ ਲਈਏ। ਹਾਂ, ਪੁਰਾਣੀਆਂ ਜਿਹੜੀਆਂ ਸਾਡੇ ਕੋਲ ਟ੍ਰੈਡੀਸ਼ਨਲ ਪ੍ਰੈਕਟਿਸਿਸ ਸੀ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੋਇਆ ਹੈ। ਅਸੀਂ ਗੱਲ ਸ਼ੁਰੂ ਹੀ ਇੱਥੋਂ ਕੀਤੀ ਸੀ, ਜਿਹਦੇ ਵਿੱਚ ਇਹ ਸੀ ਕਿ ਝੂਠੇ ਦੀ ਤੇ ਸੁੱਚੇ ਦਾ ਕਨਸੈਪਟ ਸਾਨੂੰ ਅੱਜ ਸਮਝਣਾ ਚਾਹੀਦਾ ਹੈ। ਝੂਠਾ ਕੀ ਹੁੰਦਾ ਹੈ ਤੇ ਸੁੱਚਾ ਕੀ ਹੁੰਦਾ ਹੈ। ਛੂਆ-ਛਾਤ ਸੀ ਜਿਹੜਾ, ਉਹ ਕਿਸੇ ਨੂੰ ਨੀਵਾਂ ਦਿਖਾਉਣ ਲਈ ਨਹੀਂ ਸੀ, ਬਲਕਿ ਕਈ ਲੋਕ ਖਾਸ ਕਿਸਮ ਦੇ ਕੰਮ ਕਰਦੇ ਸੀ ਜਿੱਥੋਂ ਇਨਫੈਕਸ਼ਨ, ਇਨਫੈਸਟੇਸ਼ਨ ਸਪਰੈਡ ਹੋ ਸਕਦੀ ਸੀ। ਉਹਦੇ ਤੋਂ ਬਚਾਅ ਦਾ ਇੱਕ ਤਰੀਕਾ ਸੀਗਾ ਜੀ ਇਸ਼ਨਾਨ ਕਰਨਾ, 5 ਇਸ਼ਨਾਨਾਂ ਕਰਨੀਆਂ, ਹੱਥ ਸੁੱਚੇ ਕਰਨੇ। ਇਹ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਵਧੀਆ, ਸਾਨੂੰ ਇਹਨੂੰ ਤਿਆਗਣਾ ਨਹੀਂ ਚਾਹੀਦਾ। ਅੱਜ ਇਹਨੂੰ ਸਾਨੂੰ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ। ਨਮਸਕਾਰ, ਫਤਿਹ, ਸਤਿ ਸ੍ਰੀ ਅਕਾਲ ਦੂਰੋਂ ਹੀ ਹੈ, ਸ਼ੇਕ ਹੈਂਡ ਹੱਕ ਕਰਨਾ ਛੱਡ ਦੇਣਾ ਚਾਹੀਦਾ ਹੈ। ਬਿਲਕੁਲ। ਸੋ ਟੂਣਾ ਟਪਕੇ ਦੀ ਮੈਂ ਗੱਲ ਕੀਤੀ ਸੀ, ਹਿੰਗ ਤੇ ਰਾਈ, ਸ਼ਰੀਂ ਦੇ ਪੱਤੇ, ਮਿਰਚਾਂ, ਨਿੰਬੂ, ਇਹਦਾ ਅਸੀਂ ਬੜਾ ਡਿਟੇਲ ਵਰਣਨ ਕੀਤਾ ਹੈ। ਸੋ ਤਵੀਜ਼ ਤੇ ਦਹਲੀਜ਼, ਦਹਲੀਜ਼ ਦੇ ਉੱਤੇ ਅਸੀਂ ਜੀ ਸ਼ਰੀਂ ਦੇ ਪੱਤੇ ਬੰਨ ਲੈਂਦੇ ਸੀ, ਨਿੰਬੂ ਬੰਨ ਲੈਂਦੇ ਸੀ, ਮਿਰਚਾਂ ਬੰਨ ਲੈਂਦੇ ਸੀ। ਇਹ ਦਹਲੀਜ਼ ਸੀ। ਤੇ ਤਵੀਜ਼ ਸੀ ਜਿਹੜਾ, ਉਹ ਮਾਂ ਤੇ ਬੱਚੇ ਦੇ, ਜਿਹੜਾ ਨਿਊਲੀ ਬੌਰਨ ਸੀਗਾ, ਉਹ ਰਾਈ ਤੇ ਹਿੰਗ ਜਿਹੜੀ ਹੈ, ਹਿੰਗ ਦੀ ਓਡੋਰ ਇਹੋ ਜਿਹੀ ਹੁੰਦੀ ਹੈ, ਇਹੋ ਜਿਹੀ ਓਡੋਰ ਹੈ ਜਿਹੜੀ ਕਿ ਕਿਸੇ ਬੈਕਟੀਰੀਆ, ਵਾਇਰਸ ਨੂੰ ਨੇੜੇ ਨਹੀਂ ਆਉਣ ਦਿੰਦੀ। ਬਿਲਕੁਲ। ਔਰ ਮੈਂ ਦੱਸਦਾ ਜਾਵਾਂ ਕਿ ਜਦੋਂ ਇਹ ਅੱਜ ਤੋਂ 17-18 ਸਾਲ ਪਹਿਲਾਂ ਸਾਰਸ ਆਇਆ ਸੀ, ਤੇ ਮੈਂ ਕਿਹਾ ਸੀ ਕਿ 2 ਰੁਪਏ ਦੇ ਨਾਲ ਇਸ ਵਾਇਰਸ ਤੋਂ ਬਚੋ, ਉਹਦਾ ਮਾਸਕ ਬਣਾ ਲਓ। ਉਹ ਕੀ ਸੀ? 1 ਰੁਪਏ ਦੀ ਹਿੰਗ, 1 ਰੁਪਏ ਦੀ ਰਾਈ ਤੇ 1 ਰੁਪਏ ਦੀ ਬੈਂਡੇਜ ਪੱਟੀ ਵੱਡੀ ਲੈ ਕੇ, ਉਹ ਉਬਾਲ ਕੇ, ਉਹਦੇ ਵਿੱਚ ਭਿਉਂ ਕੇ, ਸੁਕਾ ਕੇ ਨੱਕ ਤੇ ਬੰਨ ਲਓ, ਨੇੜੇ ਤੇੜੇ ਵਾਇਰਸ ਨਹੀਂ ਆਏਗਾ। ਉਸ ਵੇਲੇ ਹਾਲਾਤ ਇਹ ਹੋ ਗਏ ਸੀ ਕਿ 에ਅਰਪੋਰਟਾਂ ਤੇ ਕੋਈ ਕਿਸੇ ਦਾ ਬੈਗ ਨਹੀਂ ਸੀ ਚੁੱਕਦਾ, ਹੱਥ ਨਹੀਂ ਸੀ ਲਾਉਂਦਾ, ਤੇ ਮੈਂ ਹੀ ਕਿਹਾ ਸੀਗਾ ਤੁਸੀਂ ਨੱਕ ਦੇ ਉੱਤੇ ਇਹ ਮਾਸਕ ਸਪੈਸ਼ਲ, ਉਸ ਵੇਲੇ ਆਹ ਮਾਸਕ ਨਹੀਂ ਚੱਲੇ ਸੀ, ਉਸ ਵੇਲੇ ਦਾ ਇਹ ਮਾਸਕ ਸੀ ਜਿਹੜਾ, ਉਹ ਸੀਗਾ ਕਿ ਰਾਈ ਤੇ ਹਿੰਗ ਦੇ ਵਿੱਚ ਲਪੇਟਿਆ ਹੋਇਆ, ਸਕਾਇਆ ਹੋਇਆ ਇੱਕ ਬੈਂਡੇਜ ਜਾਂ ਰੁਮਾਲ ਜਿਹੜਾ ਤੁਸੀਂ ਨੱਕ ਤੇ ਬੰਨ ਲੋਗੇ, ਉਹਦੀ ਓਡੋਰ ਦੇ ਨਾਲ ਵਾਇਰਸ ਨੇੜੇ ਨਹੀਂ ਆਏਗਾ। ਸੋ ਇਹ ਸਪੈਸ਼ਲ ਮਾਸਕ ਜਿਹੜੇ ਲੋਕ 300 ਦਾ, 400 ਦਾ, 500 ਦਾ ਮਾਸਕ ਨਹੀਂ ਖਰੀਦ ਸਕਦੇ, ਉਹ ਆਪਣੇ ਘਰ ਆਪਣਾ ਮਾਸਕ ਬਣਾ ਲਓ, ਇਹਦੇ ਨਾਲੋਂ ਵਧੀਆ ਹੋਰ ਮਾਸਕ। ਬਿਲਕੁਲ। ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ, ਬਹੁਤ ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ, ਮਿਹਰਬਾਨੀ। ਮੈਂ ਦੱਸਦਾ ਜੀ ਵੀ ਇਹ ਪ੍ਰਾਈਮ ਹੈਲਥ ਪ੍ਰੋਗਰਾਮ ਅਸੀਂ ਹਰ ਹਫਤੇ ਆਪ ਜੀ ਦੀ ਨਜ਼ਰ ਕਰਦੇ ਹਾਂ। ਇਸੇ ਤਰ੍ਹਾਂ ਅਗਲੇ ਹਫਤੇ ਦੁਬਾਰਾ ਕਿਸੇ ਹੋਰ ਮੁੱਦੇ ਦੇ ਟੌਪਿਕ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਐਂਡ ਅਸੀਂ ਆਸ ਕਰਦੇ ਹਾਂ ਕਿ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿਹੜੀਆਂ ਕਿ ਆਪਾਂ ਨੂੰ ਹੋਰ ਕਿਤੋਂ ਨਹੀਂ ਪਤਾ ਲੱਗਦੀਆਂ। ਇਸ ਕਰਕੇ ਪ੍ਰਾਈਮ ਏਸ਼ੀਆ TV ਤੁਹਾਡੀ ਸਿਹਤ ਦਾ ਫਿਕਰ ਕਰਦੇ ਹਾਂ। ਇਸ ਪ੍ਰਾਈਮ ਹੈਲਥ ਪ੍ਰੋਗਰਾਮ ਦੇ ਵਿੱਚ ਆਪ ਜੀ ਦੇ ਨਾਲ ਇਹ ਗੱਲਾਂ ਸਾਂਝੀਆਂ ਕਰਦਾ। ਆਪਣੀ ਫੀਡਬੈਕ, ਆਪਣੇ ਸੁਝਾਅ ਸਾਡੇ ਤੱਕ ਪਹੁੰਚਦੇ ਕਰਦਿਆ ਕਰੋ। ਹੁਣ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।